नमस्कार आदाब सत श्री अकाल हमदर्द टीवी देखने वाले सारे दर्शकों का स्वागत है प्रोग्राम इमीग्रेशन मैटर्स ਦੇ ਵਿੱਚ मैं ਹਾਂ ਤਰਨਜੀਤ ਕੌਰ ਘੁੰਮਣ ਹਾਜ਼ਰ ਹਾਂ ਜੀ ਲੈ ਕੇ ਤੁਹਾਡਾ ਆਪਣਾ ਪ੍ਰੋਗਰਾਮ ਜਿਹਦੇ ਵਿੱਚ ਗੱਲਬਾਤ ਕਰਾਂਗੇ ਕੈਨੇਡੀਅਨ ਇਮੀਗ੍ਰੇਸ਼ਨ ਸੰਬੰਧੀ ਤੁਹਾਡਾ ਕੋਈ ਵੀ ਸਵਾਲ ਹੈਗਾ ਸਾਨੂੰ ਅੱਜ ਦੇ ਲਾਈਵ ਪ੍ਰੋਗਰਾਮ 'ਚ ਕਾਲ ਕਰ ਸਕਦੇ ਹੋ ਕੁਝ ਅਹਿਮ ਮੁੱਦੇ ਅੱਜ ਵਿਚਾਰਨ ਲੱਗਿਆ ਇਮੀਗ੍ਰੇਸ਼ਨ ਦੇ ਨਾਲ ਸੰਬੰਧਿਤ ਜੇਕਰ ਤੁਸੀਂ ਐਚਐਨਸੀ ਦੇ ਅਧੀਨ ਆਪਣੀ ਐਪਲੀਕੇਸ਼ਨ ਲਗਾਉਣ ਦੇ ਬਾਰੇ ਵਿੱਚ ਸੋਚ ਰਹੇ ਹੋ ਤਾਂ ਅੱਜ ਦਾ ਐਪੀਸੋਡ ਖਾਸ ਤੌਰ ਤੇ ਤੁਹਾਡੇ ਲਈ ਹੈ ਕੌਣ ਨੇ ਜਿਹੜੇ ਇਹਦੇ ਲਈ ਐਲੀਜੀਬਲ ਹੋ ਸਕਦੇ ਨੇ ਆਮ ਤੌਰ ਤੇ ਅਸੀਂ ਦੇਖਦੇ ਹਾਂ ਕਿ ਬਹੁਤਿਆਂ ਨੂੰ ਚੁੱਕੇ ਇਹ ਆਪਸ਼ਨਸ ਦੇ ਦਿੱਤਾ ਜਾਂਦਾ ਹੈ ਕਿ ਤੁਸੀਂ ਚਾਹੇ ਪੇਰੈਂਟਸ ਹੈਗੇ ਹੋ ਤੁਸੀਂ ਸਟੂਡੈਂਟ ਆਏ ਹੋ ਤੁਹਾਡਾ ਇੱਥੇ ਬਣ ਨਹੀਂ ਪਾ ਰਿਹਾ ਕੋਈ ਸਕੋਪ ਤੁਸੀਂ ਵਰਕ ਪਰਮਿਟ ਤੇ ਆਏ ਹੋ ਤੇ ਅਖੀਰਲਾ ਆਪਸ਼ਨ ਦੇ ਦਿੱਤਾ ਜਾਂਦਾ ਕਿ ਤੁਸੀਂ ਐਚਐਨਸੀ ਲਈ ਅਪਲਾਈ ਕਰ ਸਕਦੇ ਹੋ ਪਰ ਕੀ ਐਚਐਨਸੀ ਹਰੇਕ ਦੇ ਲਈ ਹੈ ਹਰੇਕ ਐਪਲੀਕੈਂਟ ਇਸ ਲਈ ਅਪਲਾਈ ਕਰ ਸਕਦਾ ਸੋ ਅੱਜ ਇਸ ਦੇ ਬਾਰੇ ਵਿੱਚ ਤੁਹਾਨੂੰ ਜਾਣਕਾਰੀ ਦੇਵਾਂਗੇ ਖਾਸ ਤੌਰ ਤੇ ਪੇਰੈਂਟਸ ਜਿਹੜੇ ਕਿ ਇਸ ਵਕਤ ਪੀਆਰ ਦੇ ਲਈ ਤੁਹਾਡੇ ਕੋਲ ਆਪਸ਼ਨਸ ਨਹੀਂ ਮਿਲ ਪਾ ਰਿਹਾ ਤੇ ਅਕਸਰ ਕਿਹਾ ਜਾਂਦਾ ਕਿ ਕੀ ਪੇਰੈਂਟਸ ਐਚਐਨਸੀ ਦੇ ਅਧੀਨ ਜਿਹੜਾ ਅਪਲਾਈ ਕਰ ਸਕਦੇ ਨੇ ਕਿ ਹਰੇਕ ਪੇਰੈਂਟ ਐਚਐਨਸੀ ਦੇ ਲਈ ਕੁਆਲੀਫਾਈ ਕਰਦੇ ਨੇ ਅੱਜ ਇਹਦੇ ਬਾਰੇ ਵਿੱਚ ਵੀ ਜਾਣਕਾਰੀ ਦੇਵਾਂਗੇ ਤੁਹਾਡਾ ਕੋਈ ਵੀ ਸਵਾਲ ਹੈਗਾ ਆ ਸਾਨੂੰ ਅੱਜ ਦੇ ਲਾਈਵ ਪ੍ਰੋਗਰਾਮ 'ਚ ਤੁਸੀਂ ਕਾਲ ਕਰ ਸਕਦੇ ਹੋ ਇਹਦੇ ਨਾਲ ਹੀ ਅਸੀਂ ਸਟੂਡੈਂਟਸ ਨੂੰ ਲੈ ਕੇ ਵੀ ਕੁਝ ਜਿਹੜੀਆਂ ਗੱਲਾਂ ਬਾਤਾਂ ਸਾਂਝੀਆਂ ਕਰਾਂਗੇ ਇਮੀਗ੍ਰੇਸ਼ਨ ਮੈਟਰਸ ਦੇ ਵਿੱਚ ਸੋ ਤੁਹਾਡਾ ਕੋਈ ਵੀ ਸਵਾਲ ਹੈ ਜੀ ਪ੍ਰੋਗਰਾਮ ਲਾਈਵ ਹੈ ਲਾਈਵ ਪ੍ਰੋਗਰਾਮ 'ਚ ਕਾਲ ਕਰ ਸਕਦੇ ਹੋ ਤੁਹਾਡੇ ਸਵਾਲਾਂ ਦੇ ਜਵਾਬ ਦੇਣ ਲਈ ਤੇ ਅੱਜ ਦੇ ਟੌਪਿਕ ਉੱਤੇ ਗੱਲਬਾਤ ਕਰਨ ਲਈ ਸਾਡੇ ਨਾਲ ਜੁੜ ਚੁੱਕੇ ਨੇ ਮੈਕਸ ਲਾਈਫ ਇਮੀਗ੍ਰੇਸ਼ਨ ਤੋਂ ਬਬਲਦੀਪ ਜੀ ਸਵਾਗਤ ਹੈ ਤੁਹਾਡਾ ਸਤਿ ਸ਼੍ਰੀ ਅਕਾਲ ਜੀ ਤਰਨ ਅਤੇ ਹਮਦਰਦ ਚੈਨਲ ਦੇਖਣ ਵਾਲੇ ਸਾਰੇ ਦਰਸ਼ਕਾਂ ਨੂੰ ਬਬਲਦੀਪ ਕੌਰ ਵੱਲੋਂ ਅਤੇ ਮੈਕਸ ਲਾਈਫ ਇਮੀਗ੍ਰੇਸ਼ਨ ਦੀ ਟੀਮ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਕੀ ਹਾਲ ਚਾਲ ਨੇ ਬਹੁਤ ਵਧੀਆ ਤਰਨ ਤੁਸੀਂ ਦੱਸੋ ਬਹੁਤ ਵਧੀਆ ਜੀ ਐਕਸਪ੍ਰੈਸ ਐਂਟਰੀ ਦੇ ਡਰਾਸ ਲਗਾਤਾਰ ਆ ਰਹੇ ਨੇ ਤੇ ਹੁਣ ਉਤੋਂ ਦੀ ਇਸ ਵਾਰੀ ਜਿਹੜੇ ਕੁਝ ਇਨਵੀਟੇਸ਼ਨਸ ਵੀ ਭੇਜੇ ਗਏ ਨੇ ਥੋੜੀਆਂ ਜਿਹੀਆਂ ਪਹਿਲਾਂ ਅਪਡੇਟਸ ਤੋਂ ਆਪਾਂ ਗੱਲਬਾਤ ਕਰ ਲਈਏ ਜਿਹੜੇ ਇਸ ਵਕਤ ਲੇਟੈਸਟ ਡਰਾ ਆਏ ਨੇ ਕਿੰਨਾਂ ਨੂੰ ਮੌਕਾ ਮਿਲਿਆ ਆ ਜੋ ਕੱਲ ਲੇਟੈਸਟ ਡਰਾ ਆਇਆ ਐਕਸਪ੍ਰੈਸ ਐਂਟਰੀ ਦਾ ਉਹ ਟ੍ਰੇਡ ਦੇ ਆਇਆ ਸੀਗਾ ਜਿਹਦਾ ਕਿ ਸਕੋਰ 388 ਦਾ ਸੀਗਾ ਤੇ ਆਲਮੋਸਟ ਜਿਹੜੇ 1500 ਜਿਹੜੇ ਇਨਵੀਟੇਸ਼ਨ ਸੀਗੇ ਉਹ ਦਿੱਤੇ ਗਏ ਸੀਗੇ 388 ਦਾ ਅਗਰ ਆਪਾਂ ਸਕੋਰ ਦੇਖੀਏ ਲਾਈਕ ਮੋਸਟਲੀ ਜਿਹੜੇ ਆਪਾਂ ਪੀਐਨਪੀਸ ਦੇਖਦੇ ਨੇ ਉਹਦੇ ਵਿੱਚ ਇੰਨਾ ਘੱਟ ਸਕੋਰ ਹੁੰਦਾ ਆ ਕਾਫੀ ਲੋਕਾਂ ਨੂੰ ਓਪਰਚ्युनिटी ਮਿਲੀ ਆ ਅੱਗੇ ਪੀਆਰ ਐਪਲੀਕੇਸ਼ਨ ਅਪਲਾਈ ਕਰਨ ਦੇ ਲਈ ਨਾਲ ਦੀ ਨਾਲ ਹੀ ਇੱਕ ਡਰਾ ਨਿਕਲਿਆ ਹੈ ਓਐਨਪੀ ਦਾ ਜਿਹੜਾ ਆਪਾਂ ਸਕਿਲਡ ਟ੍ਰੇਡ ਪ੍ਰੋਗਰਾਮ ਦੀ ਗੱਲ ਕਰਦੇ ਹਾਂ ਉਸ ਦੇ ਵਿੱਚ ਜਿਹੜਾ ਲੋਐਸਟ ਸਕੋਰ ਸੀਗਾ ਦੈਟ ਵਾਸ 250 ਤੇ ਆਲਮੋਸਟ 2800 ਦੇ ਕਰੀਬ ਨੋਮੀਨੇਸ਼ਨਸ ਉਸ ਦੇ ਵਿੱਚ ਦਿੱਤੇ ਗਏ ਨੇ ਸੋ ਅਗਰ ਦੇਖਿਆ ਜਾਵੇ ਤਾਂ ਇਸ ਟਾਈਮ ਟ੍ਰੇਡ ਪ੍ਰੋਫੈਸ਼ਨ ਜਿਹੜਾ ਹੈਗਾ ਆ ਉਹ ਇਨ ਡਿਮਾਂਡ ਹੈਗਾ ਮੋਸਟਲੀ ਆਕੂਪੇਸ਼ਨਸ ਜਿਹੜੇ ਹੈਗੇ ਨੇ ਲਾਈਕ ਵੈਲਡਰਸ ਤੁਸੀਂ ਕੰਟਰੈਕਟਰ ਹੈਗੇ ਹੋ ਤੁਸੀਂ ਰੂਫ ਸੈਟਿੰਗ ਦੇ ਵਿੱਚ ਹੈਗੇ ਹੋ ਕੋਈ ਵੀ ਇਦਾਂ ਦੇ ਪ੍ਰੋਫੈਸ਼ਨ ਪਲੰਬਰਸ ਕਾਰਪੈਂਟਰਸ ਇਹ ਸਾਰੇ ਇਸ ਟਾਈਮ ਬਹੁਤ ਇਨ ਡਿਮਾਂਡ ਦੇ ਵਿੱਚ ਹੈਗੇ ਨੇ ਅਗਰ ਤੁਹਾਨੂੰ ਲੱਗਦਾ ਹੈ ਕਿ ਤੁਹਾਡੀ ਐਜੂਕੇਸ਼ਨ ਜਾਂ ਐਕਸਪੀਰੀਅੰਸ ਨਾਲ ਤੁਸੀਂ ਜਿਹੜੇ 400 ਪਲੱਸ ਸਕੋਰ ਨਹੀਂ ਕਰ ਸਕਦੇ ਮੋਸਟਲੀ ਜਦੋਂ ਆਪਾਂ ਇੱਥੇ ਕੈਨੇਡਾ ਆਉਂਦੇ ਆ ਆਪਾਂ ਖੁਦ ਨੂੰ ਕਿਤੇ ਨਾ ਕਿਤੇ ਇਵੈਲੂਏਟ ਕਰ ਲੈਂਦੇ ਕਿ ਅਸੀਂ ਜਦੋਂ ਸਟੱਡੀਜ਼ ਕੰਪਲੀਟ ਕਰਾਂਗੇ ਸਾਡੇ ਸਕੋਰ ਕਿੰਨੇ ਬਣਨਗੇ ਸੋ ਡੈਫੀਨਿਟਲੀ ਜੋ ਤੁਹਾਨੂੰ ਵਰਕ ਪਰਮਿਟ ਮਿਲਦਾ ਅਕੋਰਡਿੰਗਲੀ ਤੁਸੀਂ ਅਗਰ ਆਪਣੀ ਸਟਰੀਮ ਚੂਜ਼ ਕਰਦੇ ਹੋ ਤਾਂ ਅੱਗੇ ਪਰਮਨੈਂਟ ਰੈਜ਼ੀਡੈਂਸੀ ਕਿਤੇ ਨਾ ਕਿਤੇ ਜਿਹੜੀ ਹੈਗੀ ਤੁਹਾਡੀ ਈਜ਼ੀ ਹੋ ਜਾਂਦੀ ਹੈ ਸੋ ਅੱਜ ਦੀ ਡੇਟ ਦੇ ਵਿੱਚ ਡੈਫੀਨਿਟਲੀ ਟ੍ਰੇਡ ਜਿਹੜਾ ਹੈਗਾ ਹੈ ਕਾਫੀ ਇਨ ਡਿਮਾਂਡ ਚੱਲ ਰਿਹਾ ਹੈ ਤੁਸੀਂ ਟ੍ਰੇਡ ਦੀ ਜਿਵੇਂ ਗੱਲ ਕੀਤੀ ਹੈ ਤਾਂ ਖਾਸ ਤੌਰ ਤੇ ਹੁਣ ਜਿਹੜੇ ਸੀਈਸੀ ਐਕਸਪੀਰੀਅੰਸ ਲਈ ਬੈਠੇ ਨੇ ਕੈਨੇਡਾ ਦਾ ਤੇ ਇਸ ਵਕਤ ਉਹਨਾਂ ਦੇ ਲਈ ਕੋਈ ਆਪਸ਼ਨਸ ਨਹੀਂ ਮਿਲ ਪਾ ਰਿਹਾ ਡਰਾ ਵੀ ਨਹੀਂ ਇਸ ਵਕਤ ਜ਼ਿਆਦਾ ਦੇਖਣ ਨੂੰ ਮਿਲ ਰਹੇ ਹੈਗੇ ਸੋ ਉਹਨਾਂ ਦੇ ਲਈ ਕੀ ਆਪਸ਼ਨਸ ਬਚਦਾ ਹੈ ਕੋਈ 500 ਦੇ ਅਰਾਊਂਡ ਹੈਗੇ ਨੇ ਥੋੜਾ ਜਿਹਾ ਕਿਤੇ ਨਾ ਕਿਤੇ ਇਸ ਵੇਟ ਦੇ ਵਿੱਚ ਬੈਠੇ ਸੀ ਕਿ ਕੈਨੇਡੀਅਨ ਐਕਸਪੀਰੀਅੰਸ ਕਲਾਸ ਦਾ ਕੋਈ ਡਰਾ ਨਿਕਲੇਗਾ ਤਾਂ ਸ਼ਾਇਦ ਆਪਣੀ ਜਿਹੜੀ ਪ੍ਰੋਫਾਈਲ ਹੈ ਉਹ ਅੱਗੇ ਕਰਨ ਲਈ ਐਲੀਜੀਬਲ ਹੋਣਗੇ ਬਿਲਕੁਲ ਸਪੈਸੀਫਿਕ ਜਿਹੜੇ ਸੀਈਸੀ ਦੇ ਡਰਾਸ ਹੈਗੇ ਨੇ ਉਹ ਨਹੀਂ ਆ ਰਹੇ ਹੈਗੇ ਕਾਫੀ ਟਾਈਮ ਤੋਂ ਜਦੋਂ ਇਹਨਾਂ ਨੇ ਟਾਰਗੇਟ ਬੇਸਡ ਐਕਸਪ੍ਰੈਸ ਐਂਟਰੀ ਕੀਤਾ ਉਹਦੇ ਵਿੱਚ ਇਹਨਾਂ ਨੇ ਉਹਨੂੰ ਕਲਾਸੀਫਾਈ ਕਰਤਾ ਇਨਟੂ 82 ਆਕੂਪੇਸ਼ਨਸ ਜਿਹੜੇ ਕਿ 5 ਸਟਰੀਮਸ ਦੇ ਵਿੱਚ ਹੈਗੇ ਨੇ ਪਲੱਸ ਫ੍ਰੈਂਕੋਫੋਨਸ ਐਂਡ ਉਹਨਾਂ ਦੇ ਜਿਹੜੇ ਡਰਾ ਹੈਗੇ ਨੇ ਉਹ ਦੇਖੇ ਜਾ ਰਹੇ ਨੇ ਕਿ ਉਹ ਘੱਟ ਸਕੋਰ ਦੇ ਨਿਕਲ ਰਹੇ ਨੇ ਬਟ ਜਿਹੜੇ ਉਹ ਤੋਂ ਇਲਾਵਾ ਕਿਸੇ ਹੋਰ ਪ੍ਰੋਫੈਸ਼ਨ ਦੇ ਵਿੱਚ ਕੰਮ ਕਰ ਰਹੇ ਨੇ ਤੁਸੀਂ ਅਗਰ ਨੋਟਿਸ ਕੀਤਾ ਹੋਏਗਾ ਸਾਰੇ ਡਰਾ 500 ਪਲੱਸ ਜਾ ਰਹੇ ਨੇ ਜੋ ਕਿ ਯੂਜ਼ਲੀ 470s ਜਾਂ 480s ਹੁੰਦਾ ਸੀਗਾ ਸੋ 500 ਨੂੰ ਟੱਚ ਕਰਨਾ ਅੱਜ ਦੀ ਡੇਟ ਈਜ਼ੀ ਨਹੀਂ ਹੈਗਾ ਉਹਦੇ ਲਈ ਜਾਂ ਤਾਂ ਤੁਹਾਨੂੰ ਐਲਐਮਆਈ ਦੀ ਜ਼ਰੂਰਤ ਪੈਂਦੀ ਹੈ ਜਾਂ ਤੁਹਾਡਾ ਪ੍ਰੀਵੀਅਸ ਐਕਸਪੀਰੀਅੰਸ ਅਗਰ ਹੈਗਾ ਆਊਟਸਾਈਡ ਕੈਨੇਡਾ ਤੁਹਾਡੀ ਐਜੂਕੇਸ਼ਨ ਹੈਗੀ ਆ ਜਾਂ ਤੁਹਾਨੂੰ ਐਲਐਮਆਈ ਦੀ ਸਪੋਰਟ ਹੈਗੀ ਆ ਤਾਂ ਤੁਹਾਡੇ ਜਾ ਕੇ ਉਹਨੇ ਸਕੋਰ ਬਣ ਰਹੇ ਨੇ ਸੋ ਅਗਰ ਤੁਹਾਡਾ ਵਰਕ ਪਰਮਿਟ ਹਜੇ ਸਟਾਰਟ ਹੀ ਹੋਇਆ ਸੋ ਅਕੋਰਡਿੰਗਲੀ ਤੁਹਾਨੂੰ ਜਿਹੜੀ ਆਪਣੀ ਸਟਰੀਮ ਹੈਗੀ ਆਪਣੀ ਜਿਹੜੀ ਪੋਜੀਸ਼ਨ ਹੈਗੀ ਚੂਜ਼ ਕਰਨੀ ਚਾਹੀਦੀ ਅੱਜ ਦੀ ਡੇਟਸ ਤਾਂ ਅੱਜ ਥੋੜਾ ਇਹਦੇ ਬਾਰੇ ਵਿੱਚ ਆਪਾਂ ਅੱਗੇ ਵੀ ਥੋੜਾ ਜਿਹਾ ਵਿਸਥਾਰ 'ਚ ਜਾਣਕਾਰੀ ਦੇਵਾਂਗੇ ਪਰ ਮੈਂ ਚਾਹਾਂਗੀ ਪਹਿਲਾਂ ਆਪਾਂ ਅੱਜ ਦੇ ਟੌਪਿਕ ਦੇ ਬਾਰੇ ਵਿੱਚ ਜਾਣਕਾਰੀ ਜ਼ਰੂਰ ਸਾਂਝੀ ਕਰੀਏ ਕਿਉਂਕਿ ਟੌਪਿਕ ਅਜਿਹਾ ਆ ਪੇਰੈਂਟਸ ਵੀ ਸਾਨੂੰ ਅਕਸਰ ਕਾਲ ਕਰਦੇ ਆ ਕਿ ਵੀ ਪੇਰੈਂਟਸ ਦਾ ਲੋਟਰੀ ਸਿਸਟਮ ਦੀ ਗੱਲ ਤਾਂ ਕਰ ਰਹੇ ਹੋ ਡਰਾ ਕਦੋਂ ਨਿਕਲੇਗਾ ਸੋ ਸਭ ਤੋਂ ਪਹਿਲਾਂ ਤਾਂ ਕਦੋਂ ਪੋਸੀਬਿਲਿਟੀ ਹੈਗੀ ਆ ਕਿਹਾ ਜਾ ਰਿਹਾ ਸੀ ਕਿ ਇਸ ਵਾਰੀ ਜਿਹੜੇ ਆ ਨੰਬਰਸ ਵੀ ਥੋੜੇ ਜਿਹੇ ਵਧਾਏ ਗਏ ਨੇ ਸੋ ਦੇਖੋ ਡਰਾ ਐਕਸਪੈਕਟਡ ਹੈਗਾ ਬੇਸਿਕਲੀ ਹੁਣ ਦੇਖੋ ਮਿਨਿਸਟਰ ਚੇਂਜ ਹੋਏ ਨੇ ਸੋ ਨੈਵਰ ਨੋ ਕਿ ਜਿਹੜਾ ਸੇਮ ਲੋਟਰੀ ਸਿਸਟਮ ਸੀਗਾ ਉਹੀ ਰੱਖਿਆ ਜਾਏਗਾ ਕਿ ਜਾਂ ਫਿਰ ਇਹਦੇ ਵਿੱਚ ਵੀ ਕੋਈ ਚੇਂਜਸ ਲੈ ਕੇ ਆਈਆਂ ਜਾਣਗੀਆਂ ਮਾਈਟ ਬੀ ਇਹੀ ਰੀਜ਼ਨ ਹੋ ਸਕਦਾ ਜਿਹਦੇ ਕਰਕੇ ਇੰਨਾ ਟਾਈਮ ਲੱਗ ਰਿਹਾ ਇਹਨਾਂ ਨੂੰ ਪੇਰੈਂਟਲ ਐਪਲੀਕੇਸ਼ਨਸ ਓਪਨ ਕਰਨ ਦੇ ਲਈ ਸੋ ਐਕਸਪੈਕਟਡ ਹੈਗਾ ਲਾਸਟ ਕੁਆਰਟਰ ਦੇ ਵਿੱਚ ਕੁਝ ਨਾ ਕੁਝ ਆਪਾਂ ਨੂੰ ਪੇਰੈਂਟਸ ਬਾਰੇ ਸੁਣਨ ਨੂੰ ਮਿਲੇਗਾ ਕੋਈ ਪ੍ਰੋਗਰਾਮ ਇਦਾਂ ਦਾ ਕੋਈ ਮਾਈਟ ਬੀ ਚੇਂਜਸ ਕਰਕੇ ਜਾਂ ਸੇਮ ਲੋਟਰੀ ਸਿਸਟਮ ਆਏਗਾ ਐਂਡ ਡੈਫੀਨਿਟਲੀ ਇਸ ਵਾਰ ਨੰਬਰ ਵੀ ਹਾਈ ਹੈਗਾ ਬਟ
ਅਗਰ ਆਪਾਂ ਹਜੇ ਵੇਟ ਕਰ ਰਹੇ ਹਾਂ ਜਿਵੇਂ ਕਿ ਕਾਫੀ ਲੋਕੀ ਵੇਟ ਕਰ ਰਹੇ ਨੇ HNC ਦੀ ਇੱਕ ਆਪਸ਼ਨ ਹੈਗੀ ਬਟ ਤਰਨ ਇਸ ਚੀਜ਼ ਨੂੰ ਨਾ ਲਾਸਟ ਰਿਸੋਰਟ ਹੀ ਮੰਨਿਆ ਜਾਂਦਾ ਹੈ ਅਗਰ ਤੁਸੀਂ ਕੁਆਲੀਫਾਈ ਕਰਦੇ ਹੋ ਇਨਕਮ ਵਾਈਜ਼ ਠੀਕ ਹੈ ਨਾ ਐਂਡ ਜੋ ਵੀ ਪ੍ਰੋਗਰਾਮ ਹੈਗਾ ਲਾਈਕ ਡਰਾ ਸਿਸਟਮ ਜਾਂ ਫਿਰ ਕੋਈ ਫਸਟ ਕਮ ਫਸਟ ਸਰਵਿਸ ਬੇਸਿਸ ਅਗਰ ਤੁਹਾਡਾ ਨੰਬਰ ਆਉਂਦਾ ਦੈਨ ਆਈ ਵਿਲ ਸੁਜੈਸਟ ਬੈਟਰ ਹੈ ਕਿ ਤੁਸੀਂ ਉਸੇ ਪਾਥ ਨੂੰ ਫੋਲੋ ਕਰੋ ਬਟ ਅਗਰ ਤੁਹਾਡੇ ਸਰਕਮਸਟੈਂਸਸ ਇਦਾਂ ਨੇ ਕਿ ਤੁਸੀਂ ਤੁਹਾਡੇ ਪੇਰੈਂਟਸ ਇੰਡੀਆ 'ਚ ਨਹੀਂ ਰਹਿ ਸਕਦੇ ਹੈਗੇ ਉੱਥੇ ਉਹਨਾਂ ਦੀ ਕੋਈ ਟੇਕ ਕੇਅਰ ਕਰਨ ਦੇ ਲਈ ਨਹੀਂ ਹੈਗਾ ਤੁਸੀਂ ਰਿਕੁਆਇਰਮੈਂਟਸ ਨਹੀਂ ਮੀਟ ਕਰ ਰਹੇ ਹੈਗੇ ਇਨਕਮ ਦੀਆਂ ਦੈਨ ਤੁਸੀਂ HNC ਦਾ ਜਿਹੜਾ ਪਾਥ ਹੈਗਾ ਉਹ ਚੂਜ਼ ਕਰ ਸਕਦੇ ਹੋ ਜਿਵੇਂ ਤੁਸੀਂ HNC ਦੀ ਗੱਲ ਕੀਤੀ ਹੈ ਕਿ ਪਿੱਛੇ ਨਹੀਂ ਰਹਿ ਸਕਦੇ ਹੈਗੇ ਹੁਣ ਜਿਵੇਂ ਕੋਈ ਪੇਰੈਂਟਸ ਇੱਥੇ ਸੁਪਰ ਵੀਜ਼ਾ ਤੇ ਆਏ ਹੋਏ ਨੇ ਤੇ ਉਹ ਕਹਿੰਦੇ ਨੇ ਕਿ ਵੀ ਪਿੱਛੇ ਸਾਡੀ ਟੇਕ ਕੇਅਰ ਕਰਨ ਲਈ ਕੋਈ ਨਹੀਂ ਹੈ ਪਰ ਹਰ ਸਾਲ ਇੰਡੀਆ ਜਾਂਦੇ ਨੇ ਵਿਜ਼ਿਟ ਕਰਕੇ ਆਉਂਦੇ ਨੇ ਕਿ ਇਹ ਚੀਜ਼ਾਂ HNC ਦੀ ਐਪਲੀਕੇਸ਼ਨ ਨੂੰ ਪ੍ਰਭਾਵਿਤ ਕਰ ਸਕਦੀਆਂ ਨੇ ਡੈਫੀਨੇਟਲੀ ਕਰਦੀਆਂ ਨੇ ਕਿਉਂਕਿ ਜਿਹੜੀ ਹਿਊਮੈਨਿਟੇਰੀਅਨ ਕੰਪੈਸ਼ਨੇਟ ਐਪਲੀਕੇਸ਼ਨਸ ਹੈਗੀਆਂ ਨੇ ਇਹ ਨਾ ਬਾਕੀ ਐਪਲੀਕੇਸ਼ਨਸ ਤੋਂ ਬਹੁਤ ਡਿਫਰੈਂਟ ਨੇ ਬਹੁਤ ਯੂਨੀਕ ਐਪਲੀਕੇਸ਼ਨਸ ਨੇ ਹਰ ਇੱਕ ਐਪਲੀਕੇਸ਼ਨ ਦਾ ਜਿਹੜਾ ਆਪਾਂ ਕਹੀਏ ਇੱਕ ਸਿਚੁਏਸ਼ਨ ਹੈਗੀ ਸਿਨੈਰੀਓ ਦੂਸਰੀ ਐਪਲੀਕੇਸ਼ਨ ਤੋਂ ਡਿਫਰੈਂਟ ਆ ਅਗਰ ਤੁਸੀਂ ਥੋੜੇ ਟਾਈਮ ਬਾਅਦ ਇੰਡੀਆ ਜਾ ਰਹੇ ਹੋ ਠੀਕ ਹੈ ਸੋ ਡੈਫੀਨੇਟਲੀ ਬੈਕ ਹੋਮ ਕੋਈ ਹੈਗਾ ਜਿਹੜਾ ਤੁਹਾਡੀ ਟੇਕ ਕੇਅਰ ਕਰਨ ਦੇ ਲਈ ਹੈਗਾ ਤੁਹਾਡੀ ਉੱਥੇ ਅਟੈਚਮੈਂਟ ਹੈਗੀ ਹੈ ਤੁਹਾਡੀ ਉੱਥੇ ਸੋਰਸ ਆਫ ਇਨਕਮ ਹੈਗਾ ਠੀਕ ਹੈ ਜਿਹਦੇ ਕਰਕੇ ਤੁਸੀਂ ਜਾ ਰਹੇ ਹੋ HNC ਐਪਲੀਕੇਸ਼ਨ 'ਚ ਮੇਨ ਰੀਜ਼ਨ ਜਿੱਦਾਂ ਆਪਾਂ ਐਪਲੀਕੇਸ਼ਨ ਲਗਾਉਨੇ ਆ ਉਹਦਾ ਬੇਸ ਹੁੰਦਾ ਹੈ ਕਿ ਤੁਸੀਂ ਮਾਨਵਤਾ ਤੇ ਤਰਸ ਦੇ ਆਧਾਰ ਤੇ ਐਪਲੀਕੇਸ਼ਨ ਲਗਾ ਰਹੇ ਹੋ ਠੀਕ ਹੈ ਨਾ ਸੋ ਆਪਾਂ ਨੂੰ ਉਹ ਚੀਜ਼ ਦਿਖਾਉਣੀ ਪੈਂਦੀ ਹੈ ਕਿ ਤੁਹਾਡੇ ਕੰਪੈਲਿੰਗ ਰੀਜ਼ਨਸ ਹੈਗੇ ਕੀ ਨੇ ਕਿ ਤੁਸੀਂ ਕੈਨੇਡਾ ਦੇ ਵਿੱਚ ਸਟੇ ਕਰਨਾ ਆ ਜੀ ਗੱਲ ਕਰਾਂਗੇ ਇਹਦੇ ਬਾਰੇ ਸਾਡੇ ਨਾਲ ਕਾਲਰ ਜੁੜ ਗਏ ਨੇ ਸਤਿ ਸ਼੍ਰੀ ਅਕਾਲ ਜੀ ਕਿੱਥੋਂ ਬੋਲ ਰਹੇ ਹੋ ਕੀ ਸਵਾਲ ਹੈ ਸਤਿ ਸ਼੍ਰੀ ਅਕਾਲ ਬੇਟੇ ਹਾਂਜੀ ਉਹ ਮੈਂ ਤਾਂ ਪੁੱਛਣਾ ਸੀਗਾ ਵੀ ਆਪਣੇ ਜਿਹੜੀਆਂ 2020 ਚ ਫਾਈਲਾਂ ਲਾਈਆਂ ਸੀਗੀਆਂ ਵੀ ਉਹਨਾਂ ਦਾ ਕੁਝ ਨਿਕਲਣ ਦਾ ਕੁਝ ਪਤਾ ਕਦੋਂ ਨਿਕਲਣਗੀਆਂ ਤੁਸੀਂ ਤੁਹਾਡਾ ਲੋਟਰੀ 'ਚ ਨਾਮ ਆ ਗਿਆ ਜਾਂ ਆਇਆ ਨਹੀਂ ਹੈ ਅਜੇ ਨਹੀਂ ਮੇਰਾ ਤਾਂ 2020 ਦਾ ਉਦੋਂ ਪਾਇਆ ਹੋਇਆ ਵਾ ਮੈਂ ਮੁੜ ਕੇ ਕੁਝ ਨਹੀਂ ਉਹਨਾਂ ਨੇ ਦੱਸਿਆ ਓਕੇ ਇਹਨਾਂ ਦਾ ਨਾਮ ਆ ਚੁੱਕਿਆ ਵਾ ਬਟ ਅੱਗੇ ਪ੍ਰੋਸੈਸ ਦੇ ਬਾਰੇ ਵਿੱਚ ਗੱਲਬਾਤ ਕਰਨਾ ਚਾਹੁੰਦੇ ਠੀਕ ਹੈ ਜੀ ਤੁਸੀਂ ਟੀਵੀ ਸਕਰੀਨ ਤੇ ਆਨਸਰ ਸੁਣ ਸਕਦੇ ਹੋ ਥੈਂਕ ਯੂ ਸੋ ਮਚ ਤੁਸੀਂ ਪ੍ਰੋਗਰਾਮ ਦੇ ਵਿੱਚ ਕਾਲ ਕੀਤੀ ਹੈ ਥੈਂਕ ਯੂ ਜੀ ਨੈਕਸਟ ਕਾਲਰ ਸਤਿ ਸ਼੍ਰੀ ਅਕਾਲ ਜੀ ਕਿੱਥੋਂ ਬੋਲ ਰਹੇ ਹੋ ਕੀ ਸਵਾਲ ਹੈ ਹਾਂਜੀ ਹਾਂਜੀ ਹਮਦਰ ਟੀਵੀ ਦੇ ਲਾਈਵ ਪ੍ਰੋਗਰਾਮ 'ਚ ਤੁਸੀਂ ਕਾਲ ਕੀਤੀ ਹੈ ਤੁਸੀਂ ਔਨ 에ਅਰ ਹੋ ਦੱਸੋ ਕੀ ਸਵਾਲ ਹੈ ਤੁਹਾਡਾ ਅੱਛਾ ਜੀ ਮੈਂ ਤਾਂ ਇਹ ਪੁੱਛਣਾ ਸੀਗਾ ਵੀ ਜਿਹੜਾ ਤੁਸੀਂ ਮਤਲਬ ਹੁਣ ਪ੍ਰੋਗਰਾਮ ਦੱਸਦੇ ਹੋ 2020 ਚ ਜਿਹੜੀਆਂ ਲਾਈਆਂ ਸੀ ਫਾਈਲਾਂ ਵੀ ਉਹ ਐਤਕੀ ਪੇਰੈਂਟਸਾਂ ਦੀ ਨਿਕਲਣਗੀਆਂ ਤੇ ਮੇਰਾ ਵੈਸਟਰ ਵੀਜ਼ਾ ਖਤਮ ਹੋ ਗਿਆ ਸੁਪਰ ਵੀਜ਼ਾ ਹੁਣ ਮੈਂ ਲਵਾਉਣ ਜਾਣਾ ਪੈਣਾ ਮੈਨੂੰ ਹਰ ਇੱਕ ਸਾਲ ਮੈਨੂੰ ਜਾਣਾ ਪੈਂਦਾ ਸੋ ਤੁਸੀਂ ਪੁੱਛਣਾ ਚਾਹੁੰਦੇ ਹੋ ਵੀ ਜਿਹੜੀਆਂ ਨੇ ਪੇਰੈਂਟਸ ਦੀਆਂ ਐਪਲੀਕੇਸ਼ਨ ਕਦੋਂ ਤੱਕ ਨਿਕਲਣਗੀਆਂ ਅਗਲਾ ਡਰਾ ਕਦੋਂ ਨਿਕਲੂਗਾ ਤੇ ਕਿਹਦੀਆਂ ਫਾਈਲਸ ਪਿਕ ਹੋ ਸਕਦੀਆਂ ਨੇ ਹਾਂਜੀ ਜਿਹੜੇ 2020 ਚ ਲਵਾਈਆਂ ਸੀ ਵੀ ਉਹ ਹੁਣ ਐਤਕੀ ਨਿਕਲਣਗੀਆਂ ਠੀਕ ਹੈ ਜੀ ਤੁਸੀਂ ਟੀਵੀ ਸਕਰੀਨ ਤੇ ਆਨਸਰ ਸੁਣ ਸਕਦੇ ਹੋ ਥੈਂਕ ਯੂ ਸੋ ਮਚ ਕਾਲ ਕਰਨ ਦੇ ਲਈ ਸੋ ਬਹੁਤੇ ਨੂੰ ਇਹ ਭੁਲੇਖਾ ਆ ਕਿ 2020 ਜਿਸ ਦੀ ਐਪਲੀਕੇਸ਼ਨ ਲਗਾ ਦਿੱਤੀਆਂ ਨੇ ਤਾਂ ਸਾਡਾ ਸਾਰਿਆਂ ਦਾ ਨੰਬਰ ਆ ਜਾਏਗਾ ਤੇ ਕਦੋਂ ਤੱਕ ਉਹ ਆਉਣ ਦੀ ਸੰਭਾਵਨਾ ਆ ਸੋ ਹੋਇਆ ਕਿਸੇ ਤਰ੍ਹਾਂ ਉਸ ਟਾਈਮ ਉਹਨਾਂ ਨੇ ਇੱਕ ਵਾਰ 2020 ਚ ਪੂਲ ਓਪਨ ਕਰਤਾ ਤੇ 3 ਵਾਰ ਉਹਦੇ ਵਿੱਚੋਂ ਐਪਲੀਕੇਸ਼ਨਸ ਪਿਕ ਕੀਤੀਆਂ ਸੀਗੀਆਂ ਸੋ ਜਿਹਦੇ ਕਰਕੇ ਸਾਰਿਆਂ ਨੂੰ ਇਹ ਲੱਗਦਾ ਹੈ ਕਿ ਅਸੀਂ 2020 ਚ ਐਪਲੀਕੇਸ਼ਨ ਪਾਈ ਸੀਗੀ ਤੇ ਸ਼ਾਇਦ ਉਸੇ ਪੂਲ ਚੋਂ ਦੁਬਾਰਾ ਐਪਲੀਕੇਸ਼ਨਸ ਪਿਕ ਹੋਣਗੀਆਂ ਜੋ ਕਿ ਇਦਾਂ ਨਹੀਂ ਹੈਗਾ ਬਟ ਹਾਂ ਅਗਰ ਤੁਹਾਡਾ ਇਨਵੀਟੇਸ਼ਨ ਆ ਗਿਆ ਸੀ ਤੁਹਾਡੀ ਐਪਲੀਕੇਸ਼ਨ ਲੱਗ ਗਈ ਸੀਗੀ ਦੈਨ ਚਾਂਸਸ ਲਾਈਕ ਯੂਜ਼ਲੀ 2 ਤੋਂ 3 ਸਾਲ ਦਾ ਟਾਈਮ ਪੀਰੀਅਡ ਹੈਗਾ ਐਪਲੀਕੇਸ਼ਨ ਦੀ ਪ੍ਰੋਸੈਸਿੰਗ ਦਾ ਮੋਸਟਲੀ ਜਿਹੜੀ ਐਪਲੀਕੇਸ਼ਨਸ ਹੈਗੀਆਂ ਨੇ ਇਸ ਟਾਈਮ ਅਪਰੂਵਲ ਦੀ ਸਟੇਜ ਤੇ ਹੈਗੀਆਂ ਨੇ ਜਾਂ ਹੋ ਚੁੱਕੀਆਂ ਨੇ ਕਈ ਐਪਲੀਕੇਸ਼ਨਸ ਡਿਲੇ ਹੋ ਜਾਂਦੀਆਂ ਨੇ ਕਿਉਂਕਿ ਕਈ ਵਾਰ ਮੈਡੀਕਲ ਰੀਜ਼ਨਸ ਹੁੰਦੇ ਨੇ ਸੋ ਡਿਪੈਂਡਿੰਗ ਕਿ ਇਹਨਾਂ ਦੀ ਐਪਲੀਕੇਸ਼ਨ ਕਿੱਥੇ ਹੈਗੀ ਆ ਡੈਫੀਨਿਟਲੀ ਅਗਰ ਐਪਲੀਕੇਸ਼ਨ ਲੱਗੇ ਫਾਈਲ ਨੰਬਰ ਆ ਚੁੱਕਿਆ ਹੋਏਗਾ ਬਾਇਓਮੈਟ੍ਰਿਕਸ ਡਨ ਹੋ ਚੁੱਕੇ ਹੋਣਗੇ ਮੈਡੀਕਲ ਵੀ ਹੋ ਚੁੱਕਿਆ ਹੋਏਗਾ ਤੇ ਉਸ ਤੋਂ ਬਾਅਦ ਇਹ ਕੁਝ ਡਾਕੂਮੈਂਟਸ ਮੰਗਦੇ ਨੇ ਲਾਈਕ ਕੁਝ ਫਾਰਮਸ ਅਪਡੇਟਡ ਮੰਗਦੇ ਨੇ ਸੋ ਚੀਜ਼ਾਂ ਹੋ ਚੁੱਕੀਆਂ ਹੋਣਗੀਆਂ ਸੋ ਐਪਲੀਕੇਸ਼ਨਸ ਇਸ ਟਾਈਮ ਅਪਰੂਵਲ ਦੀ ਸਟੇਜਸ ਤੇ ਹੈਗੀਆਂ ਨੇ ਜੀ ਬਿਲਕੁਲ ਤੇ ਉਮੀਦ ਕਰਦੇ ਹਾਂ ਜੀ ਤੁਹਾਨੂੰ ਤੁਹਾਡੇ ਸਵਾਲ ਦਾ ਜਵਾਬ ਮਿਲ ਗਿਆ ਹੋਵੇਗਾ ਬਾਕੀ ਕਿਸੇ ਨੇ ਕੋਈ ਵੀ ਸਵਾਲ ਕਰਨਾ ਹੈ ਇਮੀਗ੍ਰੇਸ਼ਨ ਨੂੰ ਲੈ ਕੇ ਜੀ ਪੇਰੈਂਟਸ ਤੋਂ ਇਲਾਵਾ ਵੀ ਤੁਹਾਡਾ ਇਮੀਗ੍ਰੇਸ਼ਨ ਸੰਬੰਧੀ ਕੋਈ ਸਵਾਲ ਹੈ ਅੱਜ ਤੇ ਲਾਈਵ ਪ੍ਰੋਗਰਾਮ 'ਚ ਤੁਸੀਂ ਕਾਲ ਕਰ ਸਕਦੇ ਹੋ ਪ੍ਰੋਗਰਾਮ ਲਾਈਵ ਹੈ ਤੇ ਇਸ ਤੋਂ ਇਲਾਵਾ ਜਿਵੇਂ ਹੁਣ ਆਪਾਂ ਵਾਪਸ ਟੌਪਿਕ ਦੇ ਉੱਤੇ ਆਈਏ ਇਮੀਗ੍ਰੇਸ਼ਨ ਦੀ ਜਦੋਂ ਆਪਾਂ ਗੱਲਬਾਤ ਕਰਦੇ ਆ HNC ਦੀ ਤੁਸੀਂ ਗੱਲ ਕਰ ਰਹੇ ਸੀਗੇ ਸਭ ਤੋਂ ਪਹਿਲਾਂ ਹੁਣ ਪੇਰੈਂਟਸ ਤੋਂ ਬਾਕੀ ਮੈਂ ਥੋੜਾ ਜਿਹਾ ਸਟੂਡੈਂਟਸ ਜਾਂ ਵਿਜ਼ਟਰ ਵੀਜ਼ਾ ਵਾਲੇ ਜਾਂ ਕਿਸੇ ਹੋਰ ਕੈਟਾਗਰੀ ਤੇ ਵੀ ਚਾਹੂੰਗੀ ਪੇਰੈਂਟਸ ਦੀ ਇਸ ਗੱਲ ਦੇ ਉੱਤੇ ਥੋੜਾ ਜਿਹਾ ਮੈਂ ਜ਼ਰੂਰ ਤਵੱਜੋ ਦੇਣਾ ਚਾਹੂੰਗੀ ਕਿਹੜੇ ਕੈਟਾਗਰੀਜ਼ ਦੇ ਵਿੱਚ ਤੁਹਾਨੂੰ ਲੱਗਦਾ ਕਿ ਉਹਨਾਂ ਨੂੰ ਜ਼ਿਆਦਾ ਇਸ ਚੀਜ਼ ਦਾ ਫਾਇਦਾ ਹੋ ਸਕਦਾ ਆ ਕਿ ਜਿਵੇਂ ਹੁਣ ਪਿੱਛੇ ਸਿਬਲਿੰਗਸ ਹੈਗੇ ਆ ਜਾਂ ਨਹੀਂ ਹੈਗੇ ਕਿਹੜੇ ਪੇਰੈਂਟਸ ਲਈ ਇਹ ਆਖਰੀ ਆਪਸ਼ਨ ਇੱਕ ਬੈਟਰ ਆਪਸ਼ਨ ਹੋ ਸਕਦਾ ਦੇਖੋ ਅਗਰ ਤਾਂ ਤੁਹਾਡਾ ਬੈਕ ਹੋਮ ਕੋਈ ਨਹੀਂ ਹੈਗਾ ਪਿੱਛੇ ਠੀਕ ਹੈ ਨਾ ਤੁਹਾਡਾ ਕੋਈ ਸੋਰਸ ਆਫ ਇਨਕਮ ਨਹੀਂ ਹੈਗਾ ਤੁਹਾਡੇ ਕੋਲ ਰਹਿਣ ਦੇ ਲਈ ਘਰ ਨਹੀਂ ਹੈਗਾ ਠੀਕ ਹੈ ਤੁਸੀਂ ਕਾਫੀ ਟਾਈਮ ਤੋਂ ਉੱਥੇ ਲਾਈਕ ਜਿੱਦਾਂ ਕਿ ਹੁੰਦਾ ਪੇਰੈਂਟਸ ਰਿਟਾਇਰਡ ਹੁੰਦੇ ਨੇ ਠੀਕ ਹੈ ਉਹਨਾਂ ਦਾ ਆਪਦਾ ਬਿਜ਼ਨਸ ਹੁੰਦਾ ਰਿਟਾਇਰਡ ਹੁੰਦੇ ਨੇ ਤੁਸੀਂ ਦਿਖਾ ਰਹੇ ਹੋ ਕਿ ਹੁਣ ਇਸ ਟਾਈਮ ਤੁਹਾਡੇ ਨਾਲ ਉੱਥੇ ਸਿਬਲਿੰਗਸ ਨੇ ਨਾ ਤੁਹਾਡੇ ਇਨਕਮ ਹੈ ਉਹਨਾਂ ਦੇ ਲਈ ਇਹ ਬਹੁਤ ਵਧੀਆ ਆਪਸ਼ਨ ਹੈਗੀ ਆ ਠੀਕ ਹੈ ਤੇ ਪਲੱਸ ਅਗਰ ਜਿਹੜੇ ਇੱਥੇ ਸਪਾਂਸਰ ਹੈਗੇ ਨੇ ਉਹ ਇਨਕਮ ਰਿਕੁਆਇਰਮੈਂਟ ਨਹੀਂ ਮੀਟ ਕਰ ਰਹੇ ਸੋ ਕਿਉਂਕਿ ਅਗਰ ਆਪਾਂ ਦੇਖੀਏ ਤਾਂ ਫੈਮਿਲੀ ਸਾਈਜ਼ ਦੇ ਹਿਸਾਬ ਨਾਲ ਜਿਹੜੀ ਇਨਕਮ ਹੁੰਦੀ ਆ ਕਾਫੀ ਜ਼ਿਆਦਾ ਹੁੰਦੀ ਹੈ ਤੁਹਾਨੂੰ ਕਾਫੀ ਟੈਕਸਸ ਪੇ ਕਰਨੇ ਪੈਂਦੇ ਨੇ ਸੋ ਅਗਰ ਤੁਹਾਡੇ ਜਿਹੜੇ ਸਪਾਂਸਰਸ ਹੈਗੇ ਨੇ ਉਹ ਇਨਕਮ ਨਹੀਂ ਮੀਟ ਕਰ ਰਹੇ ਤਾਂ ਉਹਨਾਂ ਦੇ ਲਈ ਇਹ ਬਹੁਤ ਵਧੀਆ ਆਪਸ਼ਨ ਹੈਗੀ ਜੀ ਕਾਲਰ ਨੈਕਸਟ ਸਤਿ ਸ਼੍ਰੀ ਅਕਾਲ ਜੀ ਕਿੱਥੋਂ ਬੋਲ ਰਹੇ ਹੋ ਕੀ ਸਵਾਲ ਹੈ ਮੈਂ ਬ੍ਰੈਂਟਨ ਤੋਂ ਗੱਲ ਕਰ ਰਿਹਾ ਜੀ ਹਾਂਜੀ ਮੈਂ HNC ਤੇ ਲੋਟਰੀ ਦੇ ਬਾਰੇ ਗੱਲ ਕਰਨੀ ਸੀਗੀ ਆਪਣੇ ਮਦਰ ਦੇ ਲਈ ਜੀ
ਹਾਂਜੀ ਕਿ ਉਹ ਸਿੰਗਲ ਮਦਰ ਨੇ ਤੇ ਮੇਰੇ ਸਿਸਟਰ ਵੀ ਇੱਥੇ ਹੀ ਨੇ, ਵਰਕ ਪਰਮਿਟ ਤੇ ਹੈਗੇ ਤੇ ਇੰਡੀਆ 'ਚ ਕੋਈ ਸਿਬਲਿੰਗ ਨਹੀਂ ਹੈਗਾ ਤੇ ਉਹਨਾਂ ਦੇ ਬਾਰੇ ਪੁੱਛਣਾ ਸੀਗਾ ਕਿ ਉਹਨਾਂ ਦੇ ਕੀ ਚਾਂਸਸ ਨੇ ਕਿ ਐਚਐਨਸੀ ਕੋਈ ਆਪਸ਼ਨ ਹੋ ਸਕਦੀ ਹੈ ਕਿ ਜਾਂ ਲੋਟਰੀ ਹੀ ਇੱਕ ਆਪਸ਼ਨ ਹੋਏਗੀ। ਕੁਝ ਪੁੱਛਣਾ ਚਾਹੁੰਦੇ ਹੋ ਮੈਂ ਤੇ ਸਿਟੀਜ਼ਨ ਹਾਂ। ਓਕੇ ਤੁਸੀਂ ਟੀਵੀ ਸਕਰੀਨ ਤੇ ਆਨਸਰ ਸੁਣ ਸਕਦੇ ਹੋ ਜੀ। ਥੈਂਕ ਯੂ ਸੋ ਮਚ, ਤੁਸੀਂ ਪ੍ਰੋਗਰਾਮ ਦੇ ਵਿੱਚ ਕਾਲ ਕੀਤੀ ਹੈ ਜੀ। ਓਕੇ ਸੋ ਜਿੱਦਾਂ ਇਹਨਾਂ ਨੇ ਆਪਣਾ ਕੇਸ ਦੱਸਿਆ ਕਿ ਇਹਨਾਂ ਦੀ ਜਿਹੜੀ ਸਿਸਟਰਸ ਇੱਥੇ ਹੈਗੀਆਂ ਨੇ ਉਹ ਵਰਕ ਪਰਮਿਟ ਤੇ ਨੇ, ਸੋ ਬੇਸਿਕਲੀ ਉਹ ਟੈਂਪਰੇਰੀ ਸਟੇਟਸ ਆ ਉਹਨਾਂ ਦਾ ਹਜੇ। ਸੋ ਇਹਨਾਂ ਦੇ ਕੇਸ ਮੈਂ ਐਡਵਾਈਸ ਕਰੂੰਗੀ ਕਿ ਹਜੇ ਤੁਹਾਨੂੰ ਵੇਟ ਕਰਨੀ ਚਾਹੀਦੀ ਆ, ਠੀਕ ਹੈ ਨਾ, ਕਿਉਂਕਿ ਤੁਹਾਡੇ ਜਿਹੜੇ ਸਿਬਲਿੰਗਸ ਨੇ ਉਹ ਟੈਂਪਰੇਰੀ ਸਟੇਟਸ ਨੇ, ਉਹਨਾਂ ਦੀ ਕਿਉਂਕਿ ਇੱਥੇ ਪੱਕਾ ਸਟੇਟਸ ਨਹੀਂ, ਉਹ ਵਾਪਸ ਜਾ ਸਕਦੇ ਨੇ, ਰਾਈਟ। ਤਾਂ ਇਮੀਗ੍ਰੇਸ਼ਨ ਇਸ ਚੀਜ਼ ਨੂੰ ਧਿਆਨ 'ਚ ਰੱਖੇਗੀ ਕਿ ਕੱਲ ਨੂੰ ਇਹਨਾਂ ਦੇ ਸਿਬਲਿੰਗਸ ਅਗਰ ਵਾਪਸ ਚਲੇ ਗਏ ਤਾਂ ਮੀਨਸ ਪੇਰੈਂਟਸ ਦੀ ਟੇਕ ਕੇਅਰ ਕੋਈ ਹੈ, ਇੱਕ ਆਪਸ਼ਨ ਹੈਗੀ ਆ ਵਾਪਸ ਜਾਣ ਦਾ। ਸੋ ਅਗਰ ਤੁਹਾਡੇ ਸਾਰੇ ਇੱਥੇ ਭੈਣ ਭਰਾ ਜਿਹੜੇ ਹੈਗੇ ਨੇ ਪੱਕੇ ਹੈਗੇ ਨੇ, ਠੀਕ ਹੈ, ਜਾਂ ਕਿਸੇ ਹੋਰ ਕੰਟਰੀਜ਼ 'ਚ ਹੈਗੇ ਨੇ ਬਟ ਇੱਥੇ ਜ਼ਿਆਦਾ ਨੇ, ਫਿਰ ਤੁਸੀਂ ਉਸ ਬੇਸਿਸ ਤੇ ਐਪਲੀਕੇਸ਼ਨ ਲਗਾ ਸਕਦੇ ਹੋ। ਬਟ ਉਹ ਸਟੇਟਸ ਜਿਹੜਾ ਹੈਗਾ ਆਪਾਂ ਨੂੰ ਵੀ ਧਿਆਨ 'ਚ ਰੱਖਣਾ ਪਏਗਾ, ਕਿਉਂਕਿ ਉਹ ਜਦੋਂ ਆਪਾਂ ਐਪਲੀਕੇਸ਼ਨ ਲਗਾਉਂਦੇ ਆਪਾਂ ਇੱਕ ਚੀਜ਼ ਦਾ ਪ੍ਰੂਫ ਦੇਣਾ ਹੁੰਦਾ ਹੈ। ਸੋ ਟੈਂਪਰੇਰੀ ਸਟੇਟਸ ਵਾਲਿਆਂ ਲਈ ਫਿਰ ਉਹਨਾਂ ਨੂੰ ਥੋੜਾ ਜਿਹਾ ਮੁਸ਼ਕਿਲ ਆ ਸਕਦੀ ਹੈ ਇਸ ਐਪਲੀਕੇਸ਼ਨ ਜੀ। ਨੈਕਸਟ ਕਾਲਰ ਸੀ, ਮਾਫੀ ਚਾਹਾਂਗੇ ਜੀ, ਤੁਹਾਡਾ ਫੋਨ ਡਿਸਕਨੈਕਟ ਹੋ ਗਿਆ, ਸ਼ਾਇਦ ਤੁਸੀਂ ਨੈਕਸਟ ਕਾਲ ਕਰ ਸਕਦੇ ਹੋ। ਸਤਿ ਸ਼੍ਰੀ ਅਕਾਲ ਜੀ, ਕਿੱਥੋਂ ਬੋਲ ਰਹੇ ਹੋ, ਕੀ ਸਵਾਲ ਹੈ? ਫੋਨ ਨੰਬਰ 4848 ਹਾਂਜੀ 4848 ਕਿੱਥੋਂ ਬੋਲ ਰਹੇ ਹੋ ਜੀ, ਕੀ ਸਵਾਲ ਹੈ? हेलो सत श्री अकाल जी। ਸਤਿ ਸ਼੍ਰੀ ਅਕਾਲ ਜੀ। मैम मैं स्टूडेंट आई थी, मेरा एक सेमेस्टर डन हो गया ਸੀਗਾ, ਸੋ ਮੇਰੇ ਕਾਲਜ ਨੇ ਮੈਨੂੰ ਆਨਲਾਈਨ ਕਲਾਸਿਸ ਪ੍ਰੋਵਾਈਡ ਕੀਤੀਆਂ ਸੀਗੀਆਂ, ਸੋ ਹੁਣ ਨੈਕਸਟ ਸਮੈਸਟਰ ਦੇ ਵਿੱਚ ਮੈਨੂੰ ਫਿਰ ਆਨਲਾਈਨ ਦਿੱਤੀਆਂ ਹੈਗੀਆਂ, ਉਹ ਮੈਂ ਚੇਂਜ ਤਾਂ ਕਰ ਸਕਦੀ ਹੈਗੀ, ਬਟ ਮੈਂ ਇਦਾਂ ਪੁੱਛਣਾ ਚਾਹੁੰਦੀ ਹਾਂ ਵੀ ਜੇ ਮੈਂ ਆਨਲਾਈਨ ਕਲਾਸਿਸ ਫੇਸ ਤੋਂ ਲੈਣੀ ਹੈਗੀਆਂ ਵੀ ਮੈਨੂੰ ਅੱਗੇ ਵਰਕ ਪਰਮਿਟ ਦੇ ਵਿੱਚ ਜਾਂ ਅੱਗੇ ਜਾਂ ਪੀਆਰ ਦੇ ਵਿੱਚ ਕੋਈ ਪ੍ਰੋਬਲਮ ਤਾਂ ਨਹੀਂ ਆਉਂਦੀ ਹੈਗੀ? ਠੀਕ ਹੈ ਜੀ, ਤੁਸੀਂ ਕੁਝ ਪੁੱਛਣਾ ਤਾਂ ਨਹੀਂ? ਤੁਸੀਂ ਟੀਵੀ ਸਕਰੀਨ ਤੇ ਆਨਸਰ ਸੁਣ ਸਕਦੇ ਹੋ ਜੀ। ਥੈਂਕ ਯੂ ਸੋ ਮਚ, ਤੁਸੀਂ ਕਾਲ ਕੀਤੀ ਹੈ ਜੀ। ਸੋ ਜਿੱਦਾਂ ਇਹ ਆਪਾਂ ਦੱਸ ਰਹੇ ਨੇ ਕਿ ਇਹਨਾਂ ਕੋਲ ਆਪਸ਼ਨ ਹੈਗੀ ਆ ਕਿ ਉੱਥੇ ਜਾ ਕੇ ਕਲਾਸਿਸ ਅਟੈਂਡ ਕਰ ਸਕਦੇ ਨੇ, ਸੋ ਇਹਨਾਂ ਨੂੰ ਮੈਂ ਸੁਜੈਸਟ ਕਰੂੰਗੀ ਕਿ ਅਗਰ ਤੁਹਾਨੂੰ ਕਾਲਜ ਇਹ ਆਪਸ਼ਨ ਦੇ ਰਿਹਾ ਤੁਹਾਨੂੰ ਇਹ ਅਵੇਲ ਕਰਨੀ ਚਾਹੀਦੀ ਹੈ, ਠੀਕ ਹੈ ਨਾ। ਸੋ ਕਈ ਸਿਨੈਰੀਓਜ਼ ਇਦਾਂ ਦੇ ਹੁੰਦੇ ਨੇ ਕਿ ਜਦੋਂ ਕਾਲਜ ਤੁਹਾਨੂੰ ਜਸਟ ਆਨਲਾਈਨ ਕਲਾਸਿਸ ਦੀ ਆਫਰ ਦੇ ਰਿਹਾ ਹੁੰਦਾ ਕਿ ਤੁਸੀਂ ਆਨਲਾਈਨ ਲੈ ਲਓ, ਬਟ ਸਾਡੇ ਕੋਲ ਕਿਉਂਕਿ ਫਿਜ਼ੀਕਲ ਤੁਸੀਂ ਕਲਾਸਿਸ ਦਾ ਨਹੀਂ ਹੈਗਾ ਅਰੇਂਜਮੈਂਟ, ਉਸ ਚੀਜ਼ ਦੇ ਵਿੱਚ ਇਸ਼ੂਸ ਨਹੀਂ ਹੈਗੇ। ਬਟ ਇਹ ਦੇਖਿਆ ਗਿਆ ਕਿ ਅਗਰ ਤੁਹਾਡੇ ਕੋਲ ਲਾਈਕ ਤੁਸੀਂ ਪਰਸਨਲੀ ਜਾ ਸਕਦੇ ਹੋ ਕਾਲਜ ਅਟੈਂਡ ਕਰਨਾ, ਤਾਂ ਉੱਥੇ ਕੱਲ ਨੂੰ ਕਿਤੇ ਨਾ ਕਿਤੇ ਵਰਕ ਪਰਮਿਟ ਦੇ ਵਿੱਚ ਪ੍ਰੋਬਲਮ ਆਉਂਦੀ ਹੈ, ਬਿਕਾਜ਼ ਜਦ ਤੁਸੀਂ ਕੱਲ ਨੂੰ ਆਪਣੀ ਪੀਆਰ ਦੀ ਐਪਲੀਕੇਸ਼ਨ ਵੀ ਕਰਨੀ ਆ, ਸੋ ਦੇ ਉਹ ਪੁੱਛਦੇ ਨੇ ਕਿ ਤੁਸੀਂ ਕਿੰਨਾ ਟਾਈਮ ਲਾਈਕ 8 ਮੰਥਸ ਤੋਂ ਉੱਪਰ ਤੁਸੀਂ 8 ਮੰਥਸ ਤੁਸੀਂ ਗਏ ਹੋ ਉੱਥੇ ਫਿਜ਼ੀਕਲੀ ਆਪਣੇ ਕਾਲਜਸ ਅਟੈਂਡ ਕੀਤੇ ਨੇ ਕਿ ਨਹੀਂ। ਸੋ ਅਗਰ ਤੁਸੀਂ ਨਹੀਂ ਕੀਤੇ ਹੈਗੇ ਦੈਨ ਡੈਫੀਨੇਟਲੀ ਇਸ ਚੀਜ਼ ਦਾ ਇਫੈਕਟ ਤੁਹਾਡੀ ਐਪਲੀਕੇਸ਼ਨ ਤੇ ਪਏਗਾ। ਜੀ ਬਿਲਕੁਲ। ਸੋ ਇਹਦੇ ਨਾਲ ਹੀ ਥੋੜਾ ਜਿਹਾ ਹੁਣ ਆਪਾਂ ਨੂੰ ਐਚਐਨਸੀ ਨੂੰ ਲੈ ਕੇ ਕਾਫੀ ਕਾਲਸ ਆਈਆਂ ਨੇ ਤੇ ਇਹਦੇ ਬਾਰੇ ਅਖੀਰ 'ਚ ਥੋੜਾ ਜਿਹਾ ਡਿਸਕਸ ਕਰੀਏ ਤਾਂ ਕੀ ਕਹਿਣਾ ਚਾਹੋਗੇ? ਕਿਉਂਕਿ ਹਰ ਵਾਰੀ ਪੇਰੈਂਟਸ ਨੂੰ ਇਹ ਕਿਹਾ ਜਾਂਦਾ ਕਿ ਲੋਟਰੀ 'ਚ ਨਾਮ ਨਹੀਂ ਆਉਂਦਾ, ਵੇਟ ਕਰਨ ਨਾਲੋਂ ਬੈਟਰ ਹੈ ਕਿ ਤੁਸੀਂ ਐਚਐਨਸੀ 'ਚ ਲਗਾ ਦਿਓ। ਤੇ ਆਪਾਂ 2-3 ਕੈਟਾਗਰੀਜ਼ ਦੀ ਹੁਣ ਆਪਾਂ ਨੂੰ ਕਾਲਸ ਵੀ ਆਈਆਂ ਨੇ, ਤਿੰਨਾਂ ਦਾ ਸਿਨੈਰੀਓ ਵੱਖਰਾ ਵੱਖਰਾ ਰਿਹਾ। ਬਿਲਕੁਲ। ਐਚਐਨਸੀ 'ਚ ਦੇਖੋ ਜਿਹੜੇ ਮੇਨ ਫੈਕਟਰਸ ਆ ਜਾਂਦੇ ਜਿਨ੍ਹਾਂ ਦੇ ਉੱਪਰ ਜਿਹੜੇ ਆਫੀਸਰ ਨੇ ਐਪਲੀਕੇਸ਼ਨ ਡਿਸਾਈਡ ਕਰਨੀ ਹੈ, ਉਹ ਹੈਗੀ ਤੁਹਾਡੀ ਇਸਟੈਬਲਿਸ਼ਮੈਂਟ ਇਨ ਕੈਨੇਡਾ, ਕਿ ਤੁਸੀਂ ਕੈਨੇਡਾ 'ਚ ਕਿੰਨੇ ਇਸਟੈਬਲਿਸ਼ ਹੈਗੇ ਹੋ, ਬੈਸਟ ਇੰਟਰਸਟ ਆਫ ਦਾ ਚਾਈਲਡ, ਠੀਕ ਹੈ, ਤੇ ਹਾਰਡਸ਼ਿਪਸ। ਅਗਰ ਆਪਾਂ ਇਸਟੈਬਲਿਸ਼ਮੈਂਟ ਦੀ ਸਭ ਤੋਂ ਪਹਿਲਾਂ ਗੱਲ ਕਰੀਏ, ਸੋ ਇਸਟੈਬਲਿਸ਼ਮੈਂਟ 'ਚ ਆਪਾਂ ਨੂੰ ਉਹਨਾਂ ਨੂੰ ਇਹ ਦਿਖਾਉਣਾ ਪੈਂਦਾ ਕਿ ਤੁਸੀਂ ਕੈਨੇਡਾ 'ਚ ਲੰਬੇ ਟਾਈਮ ਤੋਂ ਰਹਿ ਰਹੇ ਹੋ, ਠੀਕ ਹੈ, ਤੁਹਾਡੇ ਕੋਲ ਸੁਪਰ ਵੀਜ਼ਾ ਹੈਗਾ ਜਾਂ ਵਿਜ਼ਟਰ ਵੀਜ਼ਾ ਹੈਗਾ, ਤੁਸੀਂ ਐਕਸਟੈਂਸ਼ਨਸ ਲੈ ਰਹੇ ਹੋ, ਤੁਹਾਨੂੰ ਉਹ ਚੀਜ਼ਾਂ ਦਿਖਾਉਣੀਆਂ ਪੈਂਦੀਆਂ ਨੇ ਕਿ ਅਸੀਂ ਕਿਸ ਸਟੇਟਸ ਤੇ ਹੈਗੇ, ਲੰਬੇ ਟਾਈਮ ਤੋਂ ਇੱਥੇ ਰਹਿ ਰਹੇ ਹਾਂ। ਅਗਰ ਤੁਸੀਂ ਲੰਬੇ ਟਾਈਮ ਤੋਂ ਇੱਥੇ ਰਹਿ ਰਹੇ ਹੋ ਤੇ ਰਹਿ ਕੇ ਕੀ ਕਰ ਰਹੇ ਹੋ, ਓਕੇ, ਇਹ ਵੀ ਮੈਟਰ ਕਰਦਾ ਹੈ। ਇਹ ਵੀ ਮੈਟਰ ਕਰ ਰਿਹਾ, ਤੁਸੀਂ ਕੀ ਕਰ ਰਹੇ ਹੋ, ਤੁਸੀਂ ਘਰ 'ਚ ਬੈਠੇ ਹੋ, ਤੁਸੀਂ ਬਾਹਰ ਇੱਥੋਂ ਕਮਿਊਨਿਟੀ 'ਚ ਜਾ ਕੇ ਮਿਕਸ ਅਪ ਹੋ ਰਹੇ ਹੋ, ਤੁਸੀਂ ਕੀ ਕਰ ਰਹੇ ਹੋ, ਵਲੰਟੀਅਰ ਕੋਈ ਵਰਕ ਕਰ ਰਹੇ ਹੋ। ਹਾਂਜੀ, ਸੋ ਉਹ ਤੁਹਾਨੂੰ ਸਾਰੀਆਂ ਚੀਜ਼ਾਂ ਦਿਖਾਉਣੀਆਂ ਪੈਂਦੀਆਂ ਨੇ ਕਿ ਤੁਸੀਂ ਇੱਥੇ ਘਰੇ ਬੈਠ ਕੇ ਜਸਟ ਆਪਣਾ ਟਾਈਮ ਖਰਾਬ ਨਹੀਂ ਕਰ ਰਹੇ ਹੈਗੇ। ਇਹਦੇ ਵਿੱਚ ਤੁਸੀਂ ਕੀ ਦਿਖਾ ਸਕਦੇ ਹੋ? ਵਲੰਟੀਅਰ ਵਰਕ, ਠੀਕ ਹੈ, ਤੁਸੀਂ ਕਿਸੇ ਰਿਲੀਜੀਅਸ ਪਲੇਸਿਸ ਤੇ ਜਾ ਰਹੇ ਹੋ, ਤੁਸੀਂ ਉੱਥੇ ਸੇਵਾ ਕਰ ਰਹੇ ਹੋ, ਗੁਰਦੁਆਰੇ ਜਿਹੜੇ ਹੈਗੇ ਨੇ ਚੈਰੀਟੇਬਲ ਕੁਝ ਵੀ ਇਦਾਂ ਦੀ ਪਲੇਸਿਸ ਹੈਗੀਆਂ, ਤੁਹਾਨੂੰ ਲੈਟਰਸ ਦੇਣ ਨੂੰ ਰੈਡੀ ਨੇ ਅਗਰ ਤੁਸੀਂ ਉੱਥੇ ਜਾ ਕੇ ਸੇਵਾ ਕਰ ਰਹੇ ਹੋ, ਤੁਸੀਂ ਉਹ ਦਿਖਾ ਸਕਦੇ ਹੋ। ਤੁਸੀਂ ਜਿੱਦਾਂ ਅੱਜ ਦੀ ਡੇਟ 'ਚ ਵੋਕੇਸ਼ਨਸ ਹੈਗੀਆਂ ਨੇ, ਬੱਚੇ ਘਰਾਂ 'ਚ ਹੈਗੇ ਨੇ, ਤੁਸੀਂ ਬੱਚਿਆਂ ਨੂੰ ਇਕੱਠੇ ਕਰਕੇ ਤੁਸੀਂ ਉਹਨਾਂ ਨੂੰ ਕੁਝ ਪੜ੍ਹਾ ਰਹੇ ਹੋ, ਠੀਕ ਹੈ, ਉਹਨਾਂ ਨੂੰ ਤੁਸੀਂ ਲਾਈਕ ਰੀਜਨਲ ਲੈਂਗੁਏਜਸ ਸਿਖਾ ਰਹੇ ਹੋ, ਠੀਕ ਹੈ, ਉਹਨਾਂ ਨੂੰ ਤੁਸੀਂ ਕੁਝ ਇਦਾਂ ਦਾ ਸਿਖਾ ਰਹੇ ਹੋ ਜਿੱਦਾਂ ਆਪਾਂ ਕਹੀਏ ਕਿ ਉਹਨਾਂ ਦੀ ਸਕਿੱਲਸ ਦੇ ਵਿੱਚ ਇੰਪਰੂਵਮੈਂਟ ਹੋ ਰਹੀ ਹੈ, ਕਿਉਂਕਿ ਅੱਜ ਕੱਲ੍ਹ ਬੱਚੇ ਪੇਰੈਂਟਸ ਕੋਲ ਨਹੀਂ ਇੱਥੇ ਕਈ ਵਾਰ ਟਾਈਮ ਹੁੰਦਾ, ਤੁਸੀਂ ਬਾਹਰ ਵੀ ਉਹਨਾਂ ਨੂੰ ਐਕਟੀਵਿਟੀਜ਼ 'ਚ ਪਾਉਂਦੇ ਹੋ। ਸੋ ਤੁਸੀਂ ਬੱਚਿਆਂ ਨੂੰ ਇਕੱਠੇ ਕਰਕੇ ਉਹ ਚੀਜ਼ ਕਰ ਰਹੇ ਹੋ ਜਿਹਦੇ ਨਾਲ ਬੱਚੇ ਕੁਝ ਸਿੱਖ ਰਹੇ ਨੇ, ਠੀਕ ਹੈ। ਤੁਸੀਂ ਕਿਸੇ ਆਰਗੇਨਾਈਜੇਸ਼ਨ ਦੀ ਮੈਂਬਰਸ਼ਿਪ ਲਈਆਂ ਹੋਈਆਂ ਨੇ, ਤੁਸੀਂ ਜਿੱਥੇ ਜਾ ਕੇ ਜਾਂ ਤਾਂ ਕੁਝ ਬਣਾ ਰਹੇ ਹੋ, ਕੁੱਕ ਕਰ ਰਹੇ ਹੋ, ਠੀਕ ਹੈ, ਜਾਂ ਤੁਸੀਂ ਕੁਝ ਡੋਨੇਟ ਕਰ ਰਹੇ ਹੋ, ਤੁਸੀਂ ਉਹ ਸਾਰੀਆਂ ਚੀਜ਼ਾਂ ਦੇ ਪ੍ਰੂਫ ਨਾਲ ਲਗਾਓਗੇ, ਠੀਕ ਹੈ। ਹੁਣ ਇੱਕ ਚੀਜ਼ ਹੋ ਰਹੀ ਹੈ, ਇੱਕ ਤਾਂ ਆਪਾਂ ਕਹਿ ਰਹੇ ਹਾਂ ਕਿ ਤੁਸੀਂ ਬੱਚਿਆਂ ਨੂੰ ਆਪਦੀ ਲੈਂਗੁਏਜ ਸਿਖਾ ਰਹੇ ਹੋ, ਜਿੱਦਾਂ ਆਪਾਂ ਕਹਿ ਰਹੇ ਹਾਂ ਕਿ ਇਕੱਠੇ ਕਰਕੇ, ਦੂਜਾ ਹੈਗਾ ਤੁਸੀਂ ਕੈਨੇਡਾ 'ਚ ਹੈਗੇ ਹੋ, ਤੁਸੀਂ ਕੀ ਇੱਥੋਂ ਕੁਝ ਸਿੱਖ ਰਹੇ ਹੋ ਇੱਥੋਂ ਦੇ ਲਈ ਵੀ, ਹੈ ਨਾ। ਸੋ ਤੁਸੀਂ ਅਗਰ ਤੁਸੀਂ ਲੈਂਗੁਏਜ ਸਿੱਖ ਰਹੇ ਹੋ ਇਹਨਾਂ ਦੀ, ਤੁਸੀਂ ਇੰਗਲਿਸ਼ ਲਰਨ ਕਰਨ ਦੀ ਕੋਸ਼ਿਸ਼ ਕਰ ਰਹੇ ਹੋ, ਤੁਸੀਂ ਉਹਨਾਂ ਨੂੰ ਦਿਖਾਓ ਕਿ ਅਗਰ ਮੈਂ ਬੱਚਿਆਂ ਨੂੰ
ਪੰਜਾਬੀ ਜਾਂ ਉਹਨਾਂ ਦੀ ਰੀਜਨਲ ਲੈਂਗੁਏਜ ਸਿਖਾ ਰਹੀ ਹਾਂ ਤਾਂ ਮੈਂ ਵੀ ਇੱਥੋਂ ਦੀ ਲੈਂਗੁਏਜ ਸਿੱਖ ਰਹੀ ਹਾਂ ਤਾਂ ਕਿ ਮੈਂ ਸਿਰਫ ਇੰਨੀ ਕਮਿਊਨਿਟੀ 'ਚ ਨਹੀਂ ਰਹਿਣਾ, ਮੈਂ ਅੱਗੇ ਵੀ ਮਿਕਸ ਅਪ ਹੋਣਾ ਚਾਹੁੰਦੀ ਹਾਂ, ਠੀਕ ਹੈ, ਸਾਰਿਆਂ ਨਾਲ ਗੱਲਬਾਤ ਕਰਨਾ ਚਾਹੁੰਦੀ ਹਾਂ। ਸੋ ਇਹ ਤੁਹਾਡੀ ਐਪਲੀਕੇਸ਼ਨ 'ਚ ਬਹੁਤ ਪੋਜ਼ਿਟਿਵ ਚੀਜ਼ਾਂ ਨੇ। ਸੋ ਕਈ ਵਾਰ ਕੀ ਹੁੰਦਾ ਕਿ ਪੇਰੈਂਟਸ ਇੱਥੇ ਆਉਂਦੇ ਨੇ ਤੇ ਸਾਨੂੰ ਕਿਹਾ ਜਾਂਦਾ ਕਿ ਆਪਾਂ ਰਾਈਟ ਵੇ ਐਪਲੀਕੇਸ਼ਨ ਲਗਾ ਦਿੰਦੇ ਕਿ ਹੁਣੀ ਪੇਰੈਂਟਸ ਆਏ ਨੇ, ਉਹ 'ਚ ਆਪਾਂ ਇਹ ਸਾਰੀ ਐਸਟੈਬਲਿਸ਼ਮੈਂਟ ਉਹਨਾਂ ਦੀ ਦਿਖਾ ਨਹੀਂ ਸਕਦੇ, ਠੀਕ ਹੈ ਨਾ। ਸੋ ਇਹ ਚੀਜ਼ਾਂ ਮੇਨ ਹੈਗੀਆਂ ਨੇ ਜਿਹਦੇ ਵਿੱਚ ਆਪਾਂ ਉਹਨਾਂ ਨੂੰ ਦਿਖਾਉਣਾ ਕਿ ਇੱਥੇ ਕਿੱਦਾਂ ਐਸਟੈਬਲਿਸ਼ ਹੋ ਰਹੇ ਨੇ। ਸੈਕਿੰਡ ਆ ਰਿਹਾ ਹਾਂਜੀ ਬੈਸਟ ਇੰਟਰਸਟ ਆਫ ਦਾ ਚਾਈਲਡ। ਹੁਣ ਮੋਸਟਲੀ ਪੇਰੈਂਟਸ ਵਰਕਿੰਗ ਨੇ ਕੈਨੇਡਾ ਦੇ ਵਿੱਚ, ਬੱਚੇ ਘਰਾਂ 'ਚ ਨੇ, ਛੋਟੇ ਨੇ ਜਾਂ ਡਿਫਰੈਂਟ ਏਜਸ ਦੇ ਹੈਗੇ ਨੇ, ਬੱਚਿਆਂ ਦੀ ਕੀ ਏਜ ਹੈਗੀ ਆ, ਉਹਨਾਂ ਦਾ ਜਿਹੜਾ ਐਪਲੀਕੈਂਟ ਹੈਗਾ ਉਹਨਾਂ ਨਾਲ ਕੀ ਰਿਲੇਸ਼ਨ ਹੈਗਾ, ਉਹ ਕਿੱਦਾਂ ਇੱਕ ਦੂਜੇ ਨਾਲ ਇਮੋਸ਼ਨਲੀ ਅਟੈਚਡ ਹੈਗੇ ਨੇ, ਤੇ ਅਗਰ ਜਿਹੜੇ ਐਪਲੀਕੈਂਟ ਹੈਗੇ ਉਹ ਵਾਪਸ ਜਾਂਦੇ ਆ ਤਾਂ ਬੱਚਿਆਂ ਤੇ ਉਸ ਚੀਜ਼ ਦਾ ਕੀ ਇਫੈਕਟ ਪਏਗਾ। ਕੈਨੇਡਾ ਦੇ ਵਿੱਚ ਬੱਚਿਆਂ ਨੂੰ ਬਹੁਤ ਇੰਪੋਰਟੈਂਸ ਦਿੱਤੀ ਜਾਂਦੀ ਹੈ ਕਿ ਬੱਚਿਆਂ ਦੀ ਜਿਹੜੀ ਡਿਵੈਲਪਮੈਂਟ ਹੈਗੀ ਹੈ, ਗਰੋਥ ਹੈਗੀ ਆ, ਤੁਸੀਂ ਉਸ ਚੀਜ਼ ਨੂੰ ਕਿੱਦਾਂ ਕੰਟਰੀਬਿਊਟ ਕਰ ਸਕਦੇ ਹੋ। ਸੋ ਡੈਫੀਨਿਟਲੀ ਅਗਰ ਆਪਣੇ ਗ੍ਰੈਂਡ ਪੇਰੈਂਟਸ ਨਾਲ ਰਹਿ ਰਹੇ ਨੇ ਤਾਂ ਉਹਨਾਂ ਦੀ ਜਿਹੜੀ ਡਿਵੈਲਪਮੈਂਟ ਹੈਗੀ ਆ ਬੈਟਰ ਹੋ ਰਹੀ ਹੈ ਐਸ ਕੰਪੇਅਰ ਟੂ ਡੇ ਕੇਅਰਸ ਹੈਗੇ ਨੇ। ਆਈ ਐਮ ਨਾਟ ਸੇਇੰਗ ਕਿ ਡੇ ਕੇਅਰਸ ਹੈਲਪ ਨਹੀਂ ਕਰਦੇ, ਬਟ ਇੱਕ ਅਟੈਚਮੈਂਟ ਜਾਂ ਇੱਕ ਪਰਸਨਲ ਕੇਅਰ ਅਟੈਂਸ਼ਨ ਪੇਰੈਂਟਸ ਦੇ ਸਕਦੇ ਨੇ, ਗ੍ਰੈਂਡ ਪੇਰੈਂਟਸ ਦੇ ਸਕਦੇ ਨੇ, ਉਹ ਨਹੀਂ ਬੱਚਿਆਂ ਨੂੰ ਮਿਲਦੀ ਹੈਗੀ। ਸੋ ਇਹ ਚੀਜ਼ਾਂ ਬਹੁਤ ਇਫੈਕਟ ਕਰਦੀਆਂ ਨੇ। ਤੁਸੀਂ ਜਿੱਦਾਂ ਹੁਣ ਕਈ ਬੱਚੇ ਹੈਗੇ ਨੇ ਲਿਖ ਸਕਦੇ ਨੇ, ਠੀਕ ਹੈ ਨਾ, ਅਸੀਂ ਦੇਖਿਆ ਕਿ ਬੱਚੇ ਲੈਟਰਸ ਲਿਖ ਕੇ ਦਿੰਦੇ ਨੇ ਕਿ ਸਾਡੇ ਇੱਥੇ ਗ੍ਰੈਂਡ ਪੇਰੈਂਟਸ ਹੈਗੇ ਨੇ, ਸਾਨੂੰ ਉਹ ਕਿੱਦਾਂ ਸਾਡੇ ਨਾਲ ਪਲੇ ਕਰਦੇ ਨੇ, ਸਾਨੂੰ ਕੀ ਸਿਖਾਉਂਦੇ ਨੇ, ਸਾਨੂੰ ਸਕੂਲੇ ਡ੍ਰੌਪ ਕਰਦੇ ਨੇ। ਕਈ ਬੱਚੇ ਜਿਹੜੇ ਲਿਖ ਨਹੀਂ ਸਕਦੇ, ਬੱਚਿਆਂ ਦੀ ਸਟਾਰਟ ਹੁੰਦਾ ਬੱਚੇ ਡਰਾ ਕਰਦੇ ਨੇ ਨਾ, ਸਟਾਰਟਿੰਗ ਉੱਥੋਂ ਹੁੰਦੀ ਆ। ਸੋ ਉਹ ਫੈਮਿਲੀ ਫੋਟੋਗ੍ਰਾਫਸ ਬਣਾਉਂਦੇ ਨੇ ਕਿ ਲਾਈਕ ਮੰਮਾ ਪਾਪਾ ਆ ਮੇਰੇ ਗ੍ਰੈਂਡ ਪੇਰੈਂਟਸ ਹੈਗੇ ਨੇ, ਰਾਈਟ। ਸੋ ਉਹ ਚੀਜ਼ਾਂ ਨਾਲ ਜਦੋਂ ਆਫਿਸਰਸ ਫਾਈਲ ਦੇ ਵਿੱਚ ਦੇਖਦੇ ਆ ਤਾਂ ਉਹਨਾਂ ਨੂੰ ਲੱਗਦਾ ਕਿ ਹਾਂ ਇਹ ਜਸਟ ਇੱਥੇ ਵੈਸੇ ਟਾਈਮ ਨਹੀਂ ਸਪੈਂਡ ਕਰ ਰਹੇ, ਇਹ ਇੱਕ ਆਪਣੀ ਫੈਮਿਲੀ ਦਾ ਬਹੁਤ ਇੰਪੋਰਟੈਂਟ ਪਾਰਟ ਨੇ ਤੇ ਬੱਚੇ ਉਹਨਾਂ ਤੋਂ ਬਹੁਤ ਕੁਝ ਸਿੱਖ ਰਹੇ ਨੇ। ਇਹ ਇੱਕ ਬਹੁਤ ਵੱਡਾ ਫੈਕਟਰ ਆ ਜਾਂਦਾ ਬੈਸਟ ਇੰਟਰਸਟ ਆਫ ਦਾ ਚਾਈਲਡ। ਜਿਵੇਂ ਤੁਸੀਂ ਬੈਸਟ ਇੰਟਰਸਟ ਦੀ ਗੱਲ ਕੀਤੀ ਹੈ ਜਾਂ ਜਿਵੇਂ ਤੁਸੀਂ ਐਚਐਨਸੀ ਦੇ ਬਾਰੇ ਵਿੱਚ ਗੱਲਬਾਤ ਕਰ ਰਹੇ ਹੋ, ਆਮ ਤੌਰ ਤੇ ਪਿੱਛੇ ਕੀ ਹੁੰਦਾ ਹੈ ਕਿ ਏਜੰਟਸ ਇਹ ਕਹਿ ਦਿੰਦੇ ਆ ਕਿ ਵੀ ਤੁਹਾਨੂੰ ਵਿਜ਼ਟਰ ਵੀਜ਼ਾ ਤੁਹਾਡਾ ਥੋੜਾ ਸਟਰੋਂਗ ਕਰਨ ਦੇ ਲਈ ਕਿ ਤੁਸੀਂ ਪਿੱਛੇ ਕੋਈ ਕੰਮ ਕਰ ਰਹੇ ਹੋ, ਤੁਹਾਡੇ ਕੋਲ ਇਨਕਮ ਆ ਰਹੀ ਹੈ। ਸੋ ਕਈ ਵਾਰੀ ਕੋਈ ਟਿਊਸ਼ਨ ਸੈਂਟਰ ਖੋਲ ਦਿੱਤਾ, ਕਿਸੇ ਨੇ ਟੀਚਰ ਦਾ ਕਰਤਾ, ਕਿਸੇ ਨੇ ਬੁਟੀਕ ਦਾ ਦਿਖਾ ਦਿੱਤਾ ਕਿ ਸਾਡੇ ਕੋਲ ਇਨਕਮ ਆ ਰਹੀ ਹੈ। ਇਹ ਚੀਜ਼ਾਂ ਕੀ ਤੁਹਾਡੀ ਐਚਐਨਸੀ ਦੀ ਫਾਈਲ ਨੂੰ ਇੰਪੈਕਟ ਕਰ ਸਕਦੀਆਂ ਕਿਸੇ ਵੇ ਨਾਲ? ਡੈਫੀਨਿਟਲੀ ਅਗਰ ਤੁਸੀਂ ਇਹ ਚੀਜ਼ਾਂ ਦਿਖਾਈਆਂ ਨੇ ਕਿ ਤੁਸੀਂ ਪਹਿਲਾਂ ਇਹ ਚੀਜ਼ ਲਾਈਕ ਆਪਣੀ ਫਾਈਲ ਦੇ ਵਿੱਚ ਤੁਸੀਂ ਬੁਟੀਕ ਜਾਂ ਕੋਈ ਵੀ ਤੁਸੀਂ ਕੰਮ ਦਿਖਾਇਆ, ਹੁਣ ਆਪਾਂ ਜਦੋਂ ਦਿਖਾ ਰਹੇ ਕਿ ਤੁਹਾਨੂੰ ਇੱਥੇ ਪਹਿਲੇ ਐਸਟੈਬਲਿਸ਼ਮੈਂਟ ਦਿਖਾਉਣੀ ਪੈਣੀ ਕਿ ਤੁਹਾਨੂੰ ਇੱਥੇ ਰਹਿੰਦੇ ਨੂੰ ਲੰਬਾ ਟਾਈਮ ਹੋ ਚੁੱਕਿਆ। ਸੋ ਡੈਫੀਨਿਟਲੀ ਤੁਸੀਂ ਆਪਣੀ ਫਾਈਲ 'ਚ ਦਿਖਾਓਗੇ ਕਿ ਜਦੋਂ ਤੁਸੀਂ ਆਏ ਸੀਗੇ ਉਸ ਟਾਈਮ ਤੁਸੀਂ ਆਹ ਕੰਮ ਕਰ ਰਹੇ ਸੀਗੇ, ਤੁਹਾਡਾ ਵਾਈਂਡ ਅਪ ਹੋ ਗਿਆ ਜਾਂ ਕੰਮ ਇਫੈਕਟ ਕੀਤਾ, ਅੱਜ ਦੀ ਜਿਸ ਕੰਮ ਦੀ ਕੀ ਸਿਚੁਏਸ਼ਨ ਹੈਗੀ ਆ, ਉਹ ਚੀਜ਼ਾਂ ਨੂੰ ਤੁਹਾਨੂੰ ਕਿਤੇ ਨਾ ਕਿਤੇ ਉਹਨਾਂ ਨੂੰ ਦੱਸਣਾ ਪੈਣਾ ਕਿ ਅੱਜ ਦੀ ਡੇਟ 'ਚ ਉਹ ਕੰਮ ਕਿੱਥੇ ਹੈ, ਤੁਹਾਡਾ ਬੰਦ ਹੋ ਚੁੱਕਿਆ, ਕੋਈ ਹੈਂਡਲ ਕਰ ਰਿਹਾ, ਤੁਸੀਂ ਉਹ ਸੈਲ ਕਰ ਦਿੱਤਾ, ਠੀਕ ਹੈ। ਕਿਉਂਕਿ ਅਗਰ ਤੁਸੀਂ ਦਿਖਾ ਰਹੇ ਹੋ ਕਿ ਪਿੱਛੇ ਤੁਹਾਡਾ ਕੰਮ ਹੈਗਾ, ਚੱਲ ਰਿਹਾ, ਫਿਰ ਤਾਂ ਤੁਹਾਡੇ ਕੋਲ ਸੋਰਸ ਆਫ ਇਨਕਮ ਹੈਗਾ ਹੈ, ਤੁਸੀਂ ਆਪਣੀ ਟੇਕ ਕੇਅਰ ਕਰ ਸਕਦੇ ਹੋ। ਇੱਥੇ ਵੀ ਕਈ ਪੇਰੈਂਟਸ ਹੈਗੇ ਨੇ ਜਿਹੜੇ ਇਕੱਲੇ ਰਹਿ ਰਹੇ ਨੇ, ਆਪਣੀ ਟੇਕ ਕੇਅਰ ਕਰ ਰਹੇ ਨੇ, ਤੁਸੀਂ ਉੱਥੇ ਵੀ ਕਰ ਸਕਦੇ ਹੋ, ਤੁਹਾਡੇ ਉੱਥੇ ਨੈਚੁਰਲੀ ਨੇਬਰਸ ਹੈਗੇ ਨੇ ਬਾਕੀ ਚੀਜ਼ਾਂ ਦੇਖਣ ਦੇ ਲਈ। ਸੋ ਇਹ ਚੀਜ਼ਾਂ ਨੂੰ ਤੁਹਾਨੂੰ ਦਿਖਾਉਣਾ ਪੈਂਦਾ ਕਿ ਤੁਹਾਡਾ ਸੋਰਸ ਆਫ ਇਨਕਮ ਉੱਥੇ ਨਹੀਂ ਹੈਗਾ। ਸੋ ਯੂਜ਼ਲੀ ਹੁੰਦਾ ਕੀ ਹੈ ਕਿ ਜਦੋਂ ਕਈ ਪੇਰੈਂਟਸ ਇੱਥੇ ਆਉਂਦੇ ਨੇ, ਮੋਸਟਲੀ ਮੈਂ ਦੇਖਿਆ ਸੈਲ ਕਰ ਦਿੰਦੇ ਨੇ ਹਨਾ, ਇੱਥੇ ਆਪਣੇ ਬੱਚਿਆਂ ਨੂੰ ਦਿਖਾ ਦੇਣ, ਤੁਸੀਂ ਉਹ ਦਿਖਾ ਸਕਦੇ ਕਿ ਉਹਨਾਂ ਨੇ ਸੈਲ ਕੀਤੀ ਹੈ ਪ੍ਰਾਪਰਟੀ ਜਾਂ ਫਿਰ ਉਹਨਾਂ ਦਾ ਬਿਜ਼ਨਸ ਸੈਲ ਕਰਕੇ ਇੱਥੇ ਪੈਸੇ ਟ੍ਰਾਂਸਫਰ ਕੀਤੇ, ਤਾਂ ਦੇਖਿਆ ਜਾਵੇ ਤਾਂ ਇੱਥੇ ਫਾਈਨਾਂਸਿਸ ਲੈ ਕੇ ਆਏ ਨੇ, ਠੀਕ ਹੈ ਨਾ, ਤੇ ਉਹ ਆਪਣੇ ਬੱਚਿਆਂ ਨੂੰ ਦਿੱਤੇ ਤੇ ਉਹਨਾਂ ਲੱਗੇ ਹੋਰ ਗਰੋ ਕਰ ਰਹੇ ਨੇ। ਸੋ ਇਹ ਚੀਜ਼ਾਂ ਵੀ ਤੁਹਾਨੂੰ ਐਪਲੀਕੇਸ਼ਨ ਤੁਸੀਂ ਦਿਖਾ ਕੇ ਆਪਣੀ ਐਪਲੀਕੇਸ਼ਨ ਨੂੰ ਪੋਜ਼ਿਟਿਵ ਕਰਵਾ ਸਕਦੇ ਹੋ। ਕੋਈ ਏਜ ਵਗੈਰਾ ਵੀ ਮੈਟਰ ਕਰਦੀ ਹੈ? ਯੂਜ਼ਲੀ ਸੁਜੈਸਟ ਕੀਤਾ ਜਾਂਦਾ ਹੈ ਕਿ ਅਗਰ 60 ਪਲੱਸ ਹੈਗੀ ਆ ਤੁਹਾਡੀ ਏਜ, ਠੀਕ ਹੈ ਨਾ, ਕਿਉਂਕਿ 60 ਪਲੱਸ ਅਗਰ ਦੇਖਿਆ ਜਾਏ ਤੁਹਾਡੇ ਕਈ ਵਾਰ ਹੈਲਥ ਇਸ਼ੂਜ਼ ਸਟਾਰਟ ਹੁੰਦੇ ਨੇ ਰਾਈਟ ਵਿਦ ਏਜ ਐਂਡ ਅਗੇਨ ਫਾਈਨਾਂਸਿਸ ਪ੍ਰੋਬਲਮਸ ਪੈਂਦੀਆਂ ਨੇ, ਠੀਕ ਹੈ ਨਾ। ਸੋ ਸੁਜੈਸਟਡ ਹੈਗਾ ਅਗਰ 60 ਪਲੱਸ ਹੈਗੀ ਆ ਤਾਂ ਤੁਸੀਂ ਐਪਲੀਕੇਸ਼ਨ ਕਰ ਸਕਦੇ ਹੋ। ਇਹਦੇ ਵਿੱਚ ਤਾਂ ਇੱਕ ਚੀਜ਼ ਹੋਰ ਹੈਗੀ, ਆਪਾਂ ਹਾਰਡਸ਼ਿਪਸ ਦੀ ਜਿੱਦਾਂ ਗੱਲ ਕਰ ਰਹੇ ਹੋ ਤਾਂ ਤੁਹਾਨੂੰ ਵੀਜ਼ਾ ਆਫਿਸਰ ਐਕਚੁਅਲੀ ਇਹ ਵੀ ਦੇਖਣਾ ਚਾਹੁੰਦੇ ਨੇ ਕਿ ਅਗਰ ਤੁਸੀਂ ਵਾਪਸ ਚਲੇ ਜਾਂਦੇ ਹੋ, ਠੀਕ ਹੈ ਨਾ, ਤਾਂ ਤੁਹਾਨੂੰ ਉਹ ਚੀਜ਼ਾਂ ਕਿੱਦਾਂ ਇਫੈਕਟ ਕਰਨਗੀਆਂ, ਠੀਕ ਹੈ। ਹਾਰਡਸ਼ਿਪਸ ਆਪਾਂ ਤਾਂ ਡਿਸਕਸ ਕਰ ਹੀ ਰਹੇ ਹਾਂ, ਇਨਕਮ, ਤੁਹਾਡੇ ਕੋਲ ਰੈਂਟ ਦੇ ਲਈ ਘਰ ਨਹੀਂ ਹੈਗਾ, ਬਟ ਇਹਦੇ ਨਾਲ ਇੱਕ ਚੀਜ਼ ਹੋਰ ਆਉਂਦੀ ਹੈ ਕਿ ਜੇ ਸਪੋਜ਼ ਕਰੀਏ ਤੁਹਾਡੇ ਇੱਥੇ ਐਕਸਟੈਂਡਡ ਫੈਮਿਲੀ ਹੈਗੀ ਆ, ਠੀਕ ਹੈ ਨਾ, ਵੀਜ਼ਾ ਆਫਿਸਰ ਕਹਿੰਦੇ ਕਿ ਤੁਸੀਂ ਤਾਂ ਉਹਨਾਂ ਕੋਲ ਜਾ ਸਕਦੇ ਹੋ, ਤੁਸੀਂ ਇੰਨੇ ਟਾਈਮ ਤੋਂ ਰਹਿ ਰਹੇ ਹੋ, ਲਾਈਕ ਤੁਹਾਡੇ ਚਾਚੇ ਬ੍ਰਦਰਸ ਹਾਂ ਐਕਸਟੈਂਡਡ ਹੈ, ਬਟ ਅੱਜ ਕੱਲ ਕਈ ਵਾਰ ਐਕਸਟੈਂਡਡ ਫੈਮਿਲੀ 'ਚ ਵੀ ਪ੍ਰੋਬਲਮਸ ਚੱਲ ਰਹੀਆਂ ਹੁੰਦੀਆਂ ਨੇ, ਠੀਕ ਹੈ, ਵਾਇਲੈਂਸ ਹੁੰਦਾ, ਫੈਮਿਲੀ ਇਸ਼ੂਜ਼ ਹੁੰਦੇ ਨੇ, ਤੁਸੀਂ ਉਹਨਾਂ ਨੂੰ ਉਹ ਚੀਜ਼ ਦਿਖਾਓ ਕਿ ਅਗਰ ਅਸੀਂ ਵਾਪਸ ਜਾਵਾਂਗੇ ਸਾਡੇ ਉੱਥੇ ਆਹ ਪ੍ਰੋਬਲਮਸ ਹੈਗੀਆਂ ਨੇ, ਸਾਨੂੰ ਥ੍ਰੈਟ ਹੈਗਾ ਸਾਡੀ ਲਾਈਫ ਨੂੰ, ਠੀਕ ਹੈ ਨਾ। ਸੋ ਦੈਟ ਇਜ਼ ਦਾ ਰੀਜ਼ਨ ਅਸੀਂ ਵਾਪਸ ਨਹੀਂ ਜਾ ਸਕਦੇ। ਹੁਣ ਇਹ ਆਪਾਂ ਪੇਰੈਂਟਸ ਦੀ ਗੱਲ ਕਰ ਰਹੇ ਹਾਂ, ਕਈ ਵਾਰ ਹੁੰਦਾ ਹਸਬੈਂਡ ਵਾਈਫ ਦਾ ਰਿਲੇਸ਼ਨ ਆਪਾਂ ਗੱਲ ਕਰੀਏ, ਉਹ ਵੀ ਲਗਾ ਸਕਦੇ ਨੇ ਹਿਊਮੈਨਿਟੇਰੀਅਨ, ਜਿੱਦਾਂ ਕਈ ਸਟੂਡੈਂਟਸ ਇੱਥੇ ਆਉਂਦੇ ਨੇ, ਕੱਲ ਨੂੰ ਸਟੇਟਸ ਨਹੀਂ ਉਹਨਾਂ ਦਾ ਹੋ ਪਾਉਂਦਾ, ਬਟ ਉਹ ਵਾਪਸ ਵੀ ਨਹੀਂ ਜਾ ਸਕਦੇ ਕਿਉਂਕਿ ਉਹਨਾਂ ਦੇ ਇਨ-ਲॉज ਉਹਨਾਂ ਨੂੰ ਸਪੋਰਟ ਨਹੀਂ ਕਰ ਰਹੇ ਹੁੰਦੇ। ਸੋ ਉੱਥੇ ਤੁਸੀਂ ਇਹ ਡੈਫੀਨਿਟਲੀ ਪਲੀ ਕਰ ਸਕਦੇ ਹੋ ਕਿ ਜੇ ਤਾਂ ਮੈਂ ਵਾਪਸ ਜਾਣੀ ਹਾਂ ਤਾਂ ਮੇਰੇ ਇਨ-ਲॉज ਵੱਲੋਂ ਮੈਨੂੰ ਵਾਇਲੈਂਸ ਦਾ ਸਾਹਮਣਾ ਕੱਲ ਨੂੰ ਕਰਨਾ ਪੈ ਸਕਦਾ। ਬਟ ਇੱਥੇ ਚੀਜ਼ ਇਹ ਹੈਗੀ ਕਿ ਸਿਰਫ ਗੱਲਾਂ ਨਾਲ ਨਹੀਂ ਆ,
ਉਹ ਡਾਕੂਮੈਂਟਰੀ ਪ੍ਰੂਫ ਹੋਣਾ ਚਾਹੀਦਾ, ਠੀਕ ਹੈ ਨਾ। ਹੁਣ ਜਿੱਦਾਂ ਕੈਨੇਡਾ 'ਚ ਹੈਗਾ, ਅਗਰ ਤੁਹਾਨੂੰ ਕੋਈ ਇੱਥੇ ਕੁਝ ਕਹਿੰਦਾ, ਤੁਸੀਂ ਰਾਈਟ ਵੇ ਕੰਪਲੇਂਟ ਕਰ ਰਹੇ ਹੋ, ਪੁਲਿਸ ਰੈਕਰਡ 'ਚ ਜਾਂਦਾ ਹੈ, ਠੀਕ ਹੈ ਨਾ। ਤਾਂ ਸੇਮ ਚੀਜ਼ ਹੈ ਕਿ ਤੁਹਾਡੇ ਕੋਲ ਉਹ ਚੀਜ਼ਾਂ ਨੂੰ ਪ੍ਰੂਫ ਕਰਨ ਦੇ ਲਈ ਡਾਕੂਮੈਂਟਸ ਹੋਣੇ ਚਾਹੀਦੇ ਨੇ। ਅਗਰ ਡਾਕੂਮੈਂਟਸ ਨਹੀਂ ਹੈਗੇ ਦੈਨ ਡੈਫੀਨਿਟਲੀ ਤੁਹਾਡੀ ਐਪਲੀਕੇਸ਼ਨ ਕਿਤੇ ਨਾ ਕਿਤੇ ਲੈਕ ਕਰ ਰਹੀ ਹੈ, ਠੀਕ ਹੈ। ਸੋ ਵਾਇਲੈਂਸ ਦਾ ਡੈਫੀਨਿਟਲੀ ਤੁਸੀਂ ਇੱਕ ਪੁਆਇੰਟ ਵੀ ਵਿੱਚ ਰੱਖ ਸਕਦੇ ਹੋ। ਜੀ ਬਿਲਕੁਲ। ਤੇ ਇਹਦੇ ਨਾਲ ਜਿਵੇਂ ਸਟੂਡੈਂਟਸ ਦੀ ਤੁਸੀਂ ਗੱਲ ਕੀਤੀ ਆ, ਥੋੜਾ ਜਿਹਾ ਇਹਦੇ ਬਾਰੇ ਜ਼ਰੂਰ ਜਾਣਨਾ ਚਾਹੂੰਗੀ। ਜੇ ਕੋਈ ਸਟੱਡੀ ਛੱਡ ਦਿੰਦਾ ਆ, ਵਿੱਚ ਦੀ ਆਪਣਾ ਗੈਪ ਪੈ ਜਾਂਦਾ ਆ, ਜਾਂ ਉਹਨਾਂ ਦਾ ਕੋਈ PR ਦਾ ਵੇ ਨਹੀਂ ਬਣ ਪਾਉਂਦਾ, ਆਊਟ ਆਫ ਸਟੇਟਸ ਹੋ ਚੁੱਕੇ ਨੇ, ਹਰ ਇੱਕ ਨੂੰ ਇਹ ਕਹਿ ਦਿੱਤਾ ਜਾਂਦਾ ਕਿ ਲਾਸਟ ਆਪਸ਼ਨ ਹੈ HNC ਟਰਾਈ ਕਰ ਲਓ। ਕੀ ਇਹ ਸਭ ਲਈ HNC ਟਰਾਈ ਹੋ ਸਕਦੀ ਹੈ? ਇਹ ਜਿਹੇ ਕੇਸਿਸ 'ਚ ਕੀ ਹੋਵੇ? ਨਹੀਂ ਜੀ, ਸਾਰਿਆਂ ਦੇ ਲਈ ਐਪਲੀਕੇਸ਼ਨ ਇਹ ਨਹੀਂ ਲੱਗ ਸਕਦੀ ਹੈਗੀ HNC ਬੇਸਿਕਲੀ ਇਹਨਾਂ ਇੱਕ ਐਪਲੀਕੇਸ਼ਨ ਹੈਗੀ, ਐਗਜ਼ੰਪਸ਼ਨ ਦਿੱਤੀ ਜਾਂਦੀ ਹੈ, ਠੀਕ ਹੈ ਨਾ। ਕਿ ਅਗਰ ਤੁਸੀਂ ਕੁਝ ਰਿਕੁਆਇਰਮੈਂਟਸ ਮੀਟ ਨਹੀਂ ਕਰ ਰਹੇ ਹੈਗੇ ਪਰਮਨੈਂਟ ਰੈਜ਼ੀਡੈਂਸੀ ਦੇ ਲਈ, ਤਾਂ ਤੁਸੀਂ ਆ ਐਗਜ਼ੰਪਸ਼ਨ ਨੂੰ ਯੂਜ਼ ਕਰਕੇ ਆਪਣੀ ਐਪਲੀਕੇਸ਼ਨ ਲਗਾ ਸਕਦੇ ਹੋ ਕਿ ਤੁਹਾਡੇ ਰੀਜ਼ਨਸ ਕੀ ਹੈਗੇ ਨੇ ਕਿਸੇ ਵਾਪਸ ਨਹੀਂ ਜਾਣਾ। ਤਰਸ ਦੇ ਆਧਾਰ ਤੇ ਤੁਹਾਨੂੰ ਕੈਨੇਡਾ ਰੱਖਿਆ ਜਾ ਸਕਦਾ। ਬਹੁਤ ਕੰਪੈਲਿੰਗ ਰੀਜ਼ਨਸ ਹੋਣੇ ਚਾਹੀਦੇ ਨੇ। ਜਿੱਦਾਂ ਹੁਣ ਤੁਸੀਂ ਸਟੂਡੈਂਟਸ ਦੀ ਗੱਲ ਕਰ ਰਹੇ ਹੋ ਕਿ ਅੱਗੇ ਕੀ ਹੋ ਰਿਹਾ ਸੀਗਾ ਕਿ ਅਗਰ ਕਿਸੇ ਬੱਚੇ ਨੇ ਨਹੀਂ ਸਟੱਡੀ ਕੰਪਲੀਟ ਕੀਤੀ ਤੁਹਾਨੂੰ ਐਕਸਟੈਂਸ਼ਨਸ ਮਿਲ ਜਾਂਦੀਆਂ ਸੀਗੀਆਂ, ਠੀਕ ਹੈ ਨਾ। ਬੱਚਾ ਆਉਂਦਾ ਸੀ, ਕਈ ਵਾਰ ਇੱਥੇ ਆ ਕੇ ਕੰਮ ਕਰਨ ਲੱਗ ਜਾਂਦੇ ਸੀਗੇ, ਫਿਰ ਆਫਰ ਲੈਟਰ ਲੈਂਦੇ ਸੀ, ਐਕਸਟੈਂਸ਼ਨ ਮਿਲ ਜਾਂਦੀ ਸੀ, ਪੁੱਛਿਆ ਨਹੀਂ ਸੀ ਜਾਂਦਾ ਪਿੱਛੇ ਕੀ ਤੁਸੀਂ ਪੜ੍ਹੇ ਹੋ ਨਹੀਂ ਪੜ੍ਹੇ। ਰੀਸੈਂਟਲੀ ਇਹ ਚੀਜ਼ ਬਹੁਤ ਦੇਖੀ ਗਈ ਹੈ ਕਿ ਜਿਹੜੇ ਬੱਚਿਆਂ ਨੇ ਆਪਣੀ ਸਟੱਡੀ ਨਹੀਂ ਕੰਪਲੀਟ ਕੀਤੀ ਤੇ ਜਸਟ ਐਕਸਟੈਂਸ਼ਨਸ ਲਈਆਂ ਨੇ, ਜਦੋਂ ਉਹਨਾਂ ਨੇ ਹੁਣ ਐਕਸਟੈਂਸ਼ਨ ਅਪਲਾਈ ਕੀਤੀਆਂ ਨਾ, ਤਾਂ ਉਹਨਾਂ ਨੂੰ ਸਪੈਸ਼ਲ ਲੈਟਰ ਇਸ਼ੂ ਹੋਈ ਹੈ ਕਿ ਵਿਦਿਨ 7 ਡੇਜ਼ ਤੁਸੀਂ ਸਾਨੂੰ ਪੁਰਾਣੇ ਟ੍ਰਾਂਸਕ੍ਰਿਪਟਸ ਐਂਡ ਪੁਰਾਣੇ ਜੋ ਤੁਸੀਂ ਆਪਣੀ ਸਟੱਡੀ ਕੰਪਲੀਟ ਕੀਤੀ ਹੈ ਸਾਨੂੰ ਪ੍ਰੋਵਾਈਡ ਕਰੋ। ਸੋ ਉਹਨਾਂ ਨੂੰ ਇੱਕ ਚਾਂਸ ਦਿੱਤਾ ਜਾਂਦਾ ਹੈ ਕਿ ਤੁਸੀਂ ਉਹ ਚੀਜ਼ਾਂ ਪ੍ਰੋਵਾਈਡ ਕਰੋ। ਬੈਕ ਡੇਟਸ ਹੁਣ ਤੁਹਾਨੂੰ ਪਤਾ ਮੁਸ਼ਕਿਲ ਹੈ ਚੀਜ਼ਾਂ ਮਿਲਦੀਆਂ ਜੋ ਤੁਸੀਂ ਕੰਪਲੀਟ ਹੀ ਨਹੀਂ ਕੀਤੀ ਹੈਗੀ, ਠੀਕ ਹੈ ਨਾ। ਤੁਸੀਂ ਨਹੀਂ ਪ੍ਰੋਵਾਈਡ ਕਰ ਪਾਉਂਦੇ, ਜਾਂ ਫਿਰ ਅਗਰ ਤੁਹਾਡੇ ਕੋਲ ਇੱਕ ਰੀਜ਼ਨ ਹੈਗਾ, ਰੀਜ਼ਨ ਅਗੇਨ ਵੈਲਿਡ ਰੀਜ਼ਨ ਹੈਗਾ, ਤੁਹਾਡੇ ਕੁਝ ਮੈਡੀਕਲ ਇਸ਼ੂ ਸੀਗੇ, ਤੁਸੀਂ ਡਿਪਰੈਸ਼ਨ 'ਚ ਸੀਗੇ, ਹਨਾ, ਤੇ ਅਗਰ ਫਾਈਨਾਂਸਿਸ ਨਹੀਂ ਸੀਗੇ ਤੁਹਾਡੇ ਕੋਲ, ਤਾਂ ਤੁਹਾਨੂੰ ਉਹ ਵੀ ਦੱਸਣਾ ਪਏਗਾ ਕਿ ਰੀਜ਼ਨ ਕੀ ਹੈਗਾ, ਕਿਉਂਕਿ ਤੁਸੀਂ GIC ਵਗੈਰਾ ਲੈ ਕੇ ਆਏ ਸੀਗੇ ਇੱਥੇ, ਉਹ ਤੁਹਾਨੂੰ ਰੀਜ਼ਨ ਦੇਣਾ ਪੈਂਦਾ, ਠੀਕ ਹੈ ਨਾ। ਅਗਰ ਟ੍ਰਾਂਸਕ੍ਰਿਪਟਸ ਨਹੀਂ ਹੈਗੀਆਂ, ਤੁਸੀਂ ਬੰਦਾ ਨੂੰ ਦੱਸਦੇ ਹੋ ਕਿ ਚੀਜ਼ਾਂ ਮੇਰੇ ਕੋਲ ਨਹੀਂ ਹੈਗੀਆਂ, ਤਾਂ ਤੁਹਾਨੂੰ ਨਾ ਨੈਕਸਟ ਜਿਹੜੀ ਲੈਟਰ ਇਸ਼ੂ ਕਰਦੇ ਆ, ਡਿਪਾਰਚਰ ਦੀ ਲੈਟਰ ਇਸ਼ੂ ਕਰ ਦਿੰਦੇ ਆ ਕਿ ਵਿਦਿਨ 30 ਡੇਜ਼ ਤੁਸੀਂ ਇਹ ਕੰਟਰੀ ਲੀਵ ਕਰ ਜਾਓ, ਰਾਈਟ। ਸੋ ਇਹ ਚੀਜ਼ਾਂ ਹੁਣ ਅੱਜ ਦੀ ਡੇਟ ਸਟੂਡੈਂਟਸ ਦੇ ਲਈ ਵੀ ਬਹੁਤ ਸਟ੍ਰਿਕਟ ਹੋਈਆਂ ਨੇ, ਕਿਉਂਕਿ ਜਿੱਦਾਂ ਪਿੱਛੇ ਕੇਸ ਹੋਇਆ ਸੀਗਾ 700 ਸਟੂਡੈਂਟਸ ਦਾ ਡਿਪੋਰਟ ਕਰਨ ਦੇ ਲਈ। ਸੋ ਇਹ ਚੀਜ਼ਾਂ ਹੁਣ ਕਾਫੀ ਸਟੂਡੈਂਟਸ ਨੂੰ ਵੀ ਧਿਆਨ ਰੱਖਣਾ ਪਏਗਾ। ਅਗਰ ਤੁਸੀਂ ਕੈਨੇਡਾ ਆ ਰਹੇ ਹੋ, ਠੀਕ ਹੈ ਨਾ, ਤਾਂ ਤੁਹਾਡੀ ਆਫਰ ਲੈਟਰ ਜਿਹੜੀ ਹੈਗੀ ਜੈਨੂਇਨ ਹੋਣੀ ਚਾਹੀਦੀ ਹੈ। ਤੁਸੀਂ ਇੱਥੇ ਆ ਕੇ ਪੜ੍ਹ ਰਹੇ ਹੋ, ਕਈ ਵਾਰ ਕੀ ਹੁੰਦਾ ਆਪਾਂ ਕਾਲਜਸ ਚੇਂਜ ਕਰ ਰਹੇ ਹਾਂ, ਬਿਲਕੁਲ, ਠੀਕ ਹੈ ਨਾ। ਸੋ ਕਾਲਜ ਚੇਂਜ ਕਰਨਾ ਗਲਤ ਨਹੀਂ ਆ, ਤੁਸੀਂ ਚੇਂਜ ਕਰ ਸਕਦੇ ਹੋ, ਬਟ ਵਿੱਚ ਗੈਪ ਨਾ ਰੱਖੋ, ਰਾਈਟ। ਉਹਦੇ ਵਿੱਚ ਹੈਗਾ ਕਿ ਤੁਸੀਂ ਅਗਰ ਲਾਈਕ ਤੁਹਾਨੂੰ ਇੱਕ ਸਮੈਸਟਰ ਸਪੋਜ਼ ਨਹੀਂ ਮਿਲਦਾ, ਤੁਹਾਨੂੰ ਡ੍ਰੌਪ ਕਰਨਾ ਪੈ ਰਿਹਾ, ਬਟ ਤੁਹਾਡੇ ਕੋਲ ਦੂਸਰੇ ਕਾਲਜ ਦੀ ਆਫਰ ਲੈਟਰ ਹੱਥ 'ਚ ਹੋਣੀ ਚਾਹੀਦੀ ਆ, ਠੀਕ ਹੈ ਨਾ, ਤਾਂ ਕਿ ਤੁਸੀਂ ਦੱਸ ਸਕੋ ਕਿ ਮੇਰੇ ਕੋਲ ਆਫਰ ਲੈਟਰ ਸੀ, ਮੈਂ ਤਾਂ ਮੇਰਾ ਗੈਪ ਹੋਇਆ ਹੈ, ਮੈਨੂੰ ਮਿਲੀ ਨਹੀਂ। ਅਦਰਵਾਈਜ਼ ਅੱਜ ਦੀ ਡੇਟ ਦੇ ਵਿੱਚ ਐਕਸਟੈਂਸ਼ਨਸ ਵੀ ਕਿਤੇ ਨਾ ਕਿਤੇ ਡਿਫਿਕਲਟ ਹੈਗੀਆਂ ਨੇ। ਜੇ ਐਕਸਟੈਂਸ਼ਨ ਡਿਫਿਕਲਟ ਆ ਤਾਂ ਤਰਨ ਬਾਅਦ ਦੇ ਵਿੱਚ ਵਰਕ ਪਰਮਿਟ ਵੀ ਮੁਸ਼ਕਿਲ ਹੋਏਗਾ, ਮਿਲੇਗਾ ਹੀ ਨਹੀਂ ਜੇ ਤੁਹਾਨੂੰ ਐਕਸਟੈਂਸ਼ਨ ਨਹੀਂ ਹੋਏਗੀ। ਹੁਣ ਆਪਾਂ ਉਹਤੇ ਗੱਲ ਕਰਦੇ ਹਾਂ HNC ਫੈਕਟਰ। ਹੁਣ HNC ਫੈਕਟਰ ਜਦੋਂ ਆਫੀਸਰ ਨੂੰ ਪਤਾ ਕਿ ਬੱਚੇ ਨੇ ਜਾਣਬੁੱਝ ਕੇ ਆਪਣੀ ਸਟੱਡੀਜ਼ ਜਿਹੜੀਆਂ ਹੈਗੀਆਂ ਕੰਪਲੀਟ ਨਹੀਂ ਕੀਤੀਆਂ ਹੈਗੀਆਂ, ਫਿਰ HNC ਬੇਸ ਤੇ ਆਪਣੀ ਐਪਲੀਕੇਸ਼ਨ ਵੀ ਨਹੀਂ ਲਗਾ ਸਕਦੇ, ਠੀਕ ਹੈ ਨਾ। ਸੋ ਇਹਨੂੰ ਇੱਕ ਲਾਸਟ ਰਿਸੋਰਟ ਰੱਖੋ ਕਿ ਜਦੋਂ ਤੁਹਾਨੂੰ ਲੱਗਦਾ ਹੈ ਕਿ ਹੋਰ ਕਿਸੇ ਵੀ ਬੇਸਿਸ ਤੇ ਸਾਡੀ ਐਪਲੀਕੇਸ਼ਨ ਨਹੀਂ ਹੋ ਪਾ ਰਹੀ ਹੈਗੀ, ਬਟ ਤੁਹਾਡੇ ਸਰਕਮਸਟੈਂਸਸ ਜੈਨੂਇਨ ਨੇ ਤੇ ਤੁਸੀਂ ਪ੍ਰੂਫ ਕਰ ਪਾ ਰਹੇ ਹੋ, ਫਿਰ ਇਸ ਐਪਲੀਕੇਸ਼ਨ ਨੂੰ ਕਰੋ। ਤੁਸੀਂ ਜਿਵੇਂ ਹੁਣੇ ਗੱਲ ਕੀਤੀ ਆ, ਹੁਣੇ ਨਾਰਥਰਨ ਕਾਲਜ ਦਾ ਕਾਫੀ ਜ਼ਿਆਦਾ ਹੋ ਰਿਹਾ ਵਾ ਇਸ਼ੂ ਕਿ ਬੱਚਿਆਂ ਦੀਆਂ ਜਿਹੜੀਆਂ ਨੇ ਉਹ ਆਫਰ ਲੈਟਰਸ ਜਿਹੜੀਆਂ ਉਹ ਰਿਵੋਕ ਕਰ ਦਿੱਤੀਆਂ ਗਈਆਂ ਨੇ। ਸੋ ਇਸ ਸਿਚੁਏਸ਼ਨ ਦੇ ਵਿੱਚ ਇਹਨਾਂ ਸਿਚੁਏਸ਼ਨ ਤੇ ਨਾ ਪਈਏ ਕਿਦਾਂ ਬਚਿਆ ਜਾ ਸਕਦਾ, ਜਾਂ ਫਿਰ ਇਸ ਸਿਚੁਏਸ਼ਨ 'ਚ ਅੱਗੇ ਕੀ ਕੀਤਾ ਜਾ ਸਕਦਾ? ਬਹੁਤ ਸਾਰੇ ਸਟੂਡੈਂਟਸ ਹੈ ਜਿਹਨੇ ਆਪਣੀ 에ਅਰਲਾਈਨ ਟਿਕਟਸ ਬੁੱਕ ਕਰ ਲਈਆਂ ਨੇ, ਸ਼ਾਪਿੰਗ ਹੋ ਚੁੱਕੀ ਹੈ, ਤੇ ਇੰਨਾ ਜ਼ਿਆਦਾ ਹਾਲਾਂਕਿ ਕਾਲਜ ਕਹਿ ਰਿਹਾ ਕਿ 8 ਵੀਕਸ ਦੇ ਵਿੱਚ ਅਸੀਂ ਤੁਹਾਨੂੰ ਫੀਸ ਵਾਪਸ ਕਰ ਦਾਂਗੇ, ਪਰ ਜੋ ਬਾਕੀ ਖਰਚੇ ਹੋਏ ਨੇ ਉਹ ਤਾਂ ਰਿਫੰਡ ਨਹੀਂ ਨਾ ਹੋ ਸਕਦੇ। ਨਹੀਂ, ਬਿਲਕੁਲ। ਸੋ ਡੈਫੀਨਿਟਲੀ ਇੱਕ ਬਹੁਤ ਅਨਫੋਰਚੂਨੇਟ ਇਵੈਂਟ ਸੀਗੀ, ਹੈ ਨਾ, ਜਿਹੜੀ ਹੋਈ ਹੈ ਕਿ ਬੱਚਿਆਂ ਨੂੰ ਆਫਰ ਲੈਟਰਸ ਦਿੱਤੀਆਂ ਗਈਆਂ, ਉਹਨਾਂ ਦੇ ਵੀਜ਼ੇ ਅਪਰੂਵ ਹੋ ਗਏ ਐਂਡ ਡੈਫੀਨਿਟਲੀ ਬੱਚੇ ਪੋਜ਼ਿਟਿਵ ਸੀਗੇ, ਹੁਣ ਅਸੀਂ ਕੈਨੇਡਾ ਆ ਰਹੇ ਹਾਂ, ਅਚਾਨਕ ਰਿਵੋਕ ਹੋਈਆਂ ਉਹਨਾਂ ਦੀ ਆਫਰ ਲੈਟਰਸ। ਦੇਖੋ ਆ ਸਿਚੁਏਸ਼ਨ ਦੇ ਵਿੱਚ ਕੈਨੇਡਾ ਡੈਫੀਨਿਟਲੀ ਉਹ ਨਹੀਂ ਐਂਟਰ ਕਰ ਸਕਦੇ ਅਗਰ ਉਹਨਾਂ ਦੀ ਜਿਹੜੀ ਆਫਰ ਲੈਟਰ ਹੈਗੀ ਅੱਜ ਦੀ ਡੇਟ 'ਚ ਵੀ ਵੈਲਿਡ ਨਹੀਂ ਹੈਗੀ, ਠੀਕ ਹੈ ਨਾ। ਸੋ ਉਹਨਾਂ ਨੂੰ ਪ੍ਰੋਪਰ ਵੈਲਿਡ ਆਫਰ ਲੈਟਰ ਚਾਹੀਦੀ ਹੈ ਕੈਨੇਡਾ ਆਉਣ ਦੇ ਲਈ। ਜਾਂ ਤਾਂ ਤੁਹਾਨੂੰ ਹੁਣ ਜਿਹੜੀਆਂ ਹੈਗੀਆਂ ਨੇ ਆਪਣੀ ਟਿਕਟਸ ਡੈਫੀਨਿਟਲੀ ਅੱਗੇ ਡੈਫਰ ਕਰਨੀਆਂ ਪੈਣਗੀਆਂ ਅਗਰ ਤੁਹਾਨੂੰ ਆਫਰ ਲੈਟਰ ਨਹੀਂ ਕਿਸੇ ਹੋਰ ਕਾਲਜ ਦੀ ਮਿਲ ਰਹੀ। ਅਗਰ ਤੁਹਾਨੂੰ ਆਫਰ ਲੈਟਰ ਲਾਈਕ ਕਿਉਂਕਿ ਤੁਹਾਡੇ ਕੋਲ ਸਾਰੀਆਂ ਤੁਹਾਡੀ ਅਪਰੂਵਲਸ ਡਨ ਨੇ, ਠੀਕ ਹੈ, ਤੁਹਾਡੇ ਕੋਲ ਵੀਜ਼ਾ ਹੈਗਾ, ਤੁਸੀਂ ਆਲਰੇਡੀ ਕਿਸੇ ਕਾਲਜ ਦੇ ਵਿੱਚ ਤੁਹਾਨੂੰ ਐਕਸੈਪਟੈਂਸ ਮਿਲ ਚੁੱਕੀ ਹੈ। ਕਈ ਵਾਰ ਕੀ ਹੁੰਦਾ ਆਪਾਂ 2 ਜਾਂ 3 ਕਾਲਜਸ 'ਚ ਅਪਲਾਈ ਕਰਦੇ ਹਾਂ ਜਦੋਂ ਆਪਾਂ ਸਟੱਡੀ ਪਰਮਿਟ ਦੀ ਐਪਲੀਕੇਸ਼ਨ ਲਗਾਉਂਦੇ ਹਾਂ। ਸੋ ਅਗਰ ਤੁਹਾਨੂੰ ਕਿਸੇ ਹੋਰ ਕਾਲਜ ਦੀ ਆਫਰ ਲੈਟਰ ਆਈ ਹੋਈ ਹੈ ਐਂਡ ਸਟਿਲ ਉੱਥੇ ਸੀਟਸ ਅਵੇਲੇਬਲ ਹੈਗੀਆਂ ਨੇ, ਤਾਂ ਤੁਸੀਂ ਉਹਨਾਂ ਨੂੰ ਕੰਟੈਕਟ ਕਰ ਸਕਦੇ ਹੋ, ਠੀਕ ਹੈ ਨਾ, ਕਿ ਆਹ ਸਿਚੁਏਸ਼ਨ ਹੋਈ ਹੈ ਐਂਡ ਮਾਈਟ ਵੀ ਤੁਹਾਨੂੰ ਅਕੋਮੋਡੇਟ ਕਰ ਸਕਦੇ ਨੇ। ਅਗਰ ਉਹ ਸਿਚੁਏਸ਼ਨ ਨਹੀਂ ਹੈਗੀ ਤਾਂ ਤੁਸੀਂ ਕਿਸੇ ਹੋਰ ਕਾਲਜ ਦੇ ਵਿੱਚ ਜਾਂ ਕਿਸੇ ਦੀ ਤੁਸੀਂ ਹੈਲਪ ਲੈ ਕੇ ਅੱਗੇ ਆਫਰ ਲੈਟਰ ਲੈ ਕੇ ਫਿਰ ਹੀ ਕੈਨੇਡਾ ਐਂਟਰ ਕਰੋ, ਕਿਉਂਕਿ ਜਦੋਂ ਤੁਸੀਂ
ਕੈਨੇਡਾ ਵੀ ਐਂਟਰ ਕਰਨਾ ਆ, ਪਹਿਲਾਂ ਦੀ ਤਰ੍ਹਾਂ ਨਹੀਂ ਹੈਗਾ ਕਿ ਤੁਹਾਡੇ ਤੋਂ ਕੁਝ ਨਹੀਂ ਪੁੱਛਿਆ ਜਾਂਦਾ ਹੈਗਾ। ਅੱਜ ਦੀ ਡੇਟ 'ਚ ਇੱਥੇ ਵੀ ਪੁੱਛਿਆ ਜਾਂਦਾ ਕਿ ਤੁਸੀਂ ਕਿਹੜੇ ਕਾਲਜ 'ਚ ਆਏ ਹੋ, ਤੁਹਾਡੀ ਆਫਰ ਲੈਟਰ ਕੀ ਹੈਗੀ, ਤੁਹਾਡੇ ਕੋਲ ਲੈਟਰ ਆਫ ਇੰਟਰੋਡਕਸ਼ਨ ਹੈਗੀ ਆ, ਅਗਰ ਤੁਸੀਂ ਕਾਲਜ ਚੇਂਜ ਕੀਤਾ ਉਹਦਾ ਰੀਜ਼ਨ ਕੀ ਹੈਗਾ। ਸੋ ਬੇਸਿਕਲੀ ਕੱਲੀ ਚੀਜ਼ ਦਾ ਧਿਆਨ ਤੁਹਾਨੂੰ ਰੱਖਣਾ ਪਏਗਾ। ਸੋ ਜਿਵੇਂ ਅੱਜ ਤੁਸੀਂ ਸਾਨੂੰ ਕਾਫੀ ਜਾਣਕਾਰੀ ਦਿੱਤੀ ਆ, ਪਰ ਸਾਡਾ ਸਮਾਂ ਅੱਗੇ ਇਜਾਜ਼ਤ ਲੈਣ ਵੱਲ ਨੂੰ ਵੱਧ ਰਿਹਾ ਵਾ, ਤੇ ਅਖੀਰ ਦੇ ਵਿੱਚ ਜਿਹੜੇ ਸਾਡੇ ਦਰਸ਼ਕ ਤੁਹਾਨੂੰ ਦੇਖ ਰਹੇ ਨੇ, ਤੁਹਾਨੂੰ ਸੁਣ ਰਹੇ ਨੇ, ਉਹਨਾਂ ਨੂੰ ਕੀ ਕਹਿਣਾ ਚਾਹੋਗੇ? ਤਾਂ ਐਕਚੁਅਲੀ ਮੈਂ ਸਾਰਿਆਂ ਨੂੰ ਇਹੀ ਕਹਿਣਾ ਚਾਹੂੰਗੀ, ਜਿਹੜੀ ਇਮੀਗ੍ਰੇਸ਼ਨ ਹੈਗੀ ਆ ਤੁਹਾਡੇ ਕੋਲ ਕਾਫੀ ਓਪਰਚ्युनिटीज ਹੁੰਦੀਆਂ ਨੇ, ਠੀਕ ਹੈ ਨਾ, ਕਿ ਇੱਥੇ ਸਟੇਟਸ ਲੈਣ ਦੇ ਲਈ, ਪਰਮਨੈਂਟ ਰੈਜ਼ੀਡੈਂਸੀ ਲੈਣ ਲਈ। ਸੋ ਜਿਹੜੀ ਕੇਸ ਹਰ ਕਿਸੇ ਦਾ ਇੱਕ ਦੂਸਰੇ ਤੋਂ ਡਿਫਰੈਂਟ ਹੁੰਦਾ, ਤੁਸੀਂ ਆਪਣੇ ਕੇਸ ਨੂੰ ਪ੍ਰੋਪਰਲੀ ਇਵੈਲੂਏਟ ਕਰੋ। ਮਾਈਟ ਵੀ ਜੋ ਇੱਕ ਬੰਦੇ ਤੇ ਚੀਜ਼ ਐਪਲੀਕੇਬਲ ਹੁੰਦੀ ਹੋਵੇ ਤੁਹਾਡੇ ਤੇ ਨਾ ਹੁੰਦੀ ਹੋਵੇ, ਠੀਕ ਹੈ ਨਾ, ਤੁਸੀਂ ਉਸ ਦੀ ਗਾਈਡੈਂਸ ਲੈ ਸਕਦੇ ਹੋ, ਤੁਸੀਂ ਸਾਨੂੰ ਮਿਲ ਸਕਦੇ ਹੋ, ਜਾਂ ਕਿਸੇ ਵੀ ਜਿਹੜੇ ਲਾਇਸੈਂਸਡ ਇਮੀਗ੍ਰੇਸ਼ਨ ਕੰਸਲਟੈਂਟ ਹੈਗੇ ਨੇ ਤੁਸੀਂ ਉਹਨਾਂ ਦੀ ਹੈਲਪ ਲੈ ਸਕਦੇ ਹੋ, ਐਂਡ ਆਪਣਾ ਜਿਹੜਾ ਕੇਸ ਹੈਗਾ ਪ੍ਰੋਪਰ ਜੈਨੂਇਨ ਵੇ 'ਚ ਲਗਾਓ, ਤਾਂ ਕਿ ਤੁਹਾਨੂੰ ਕੱਲ ਨੂੰ ਕਿਸੇ ਵੀ ਤਰ੍ਹਾਂ ਦੀ ਪ੍ਰੋਬਲਮ ਦਾ ਸਾਹਮਣਾ ਨਾ ਕਰਨਾ ਪਵੇ। ਜੀ ਬਿਲਕੁਲ। ਤੇ ਤੁਹਾਡੇ ਨਾਲ ਕੋਈ ਕੰਟੈਕਟ ਕਰਨਾ ਚਾਹੁੰਦਾ ਹੈ, ਕਿਹੜੀਆਂ ਸਰਵਿਸਿਜ਼ ਪ੍ਰੋਵਾਈਡ ਕਰਵਾਉਂਦੇ ਹੋ, ਕਿੱਥੇ ਆਫਿਸ ਹੈ, ਤੇ ਕਦੋਂ ਕਿਵੇਂ ਕਿੱਥੇ ਕੰਟੈਕਟ ਕਰ ਸਕਦੇ ਨੇ? ਸ਼ੋਰ, ਸਾਡਾ ਕੰਟੈਕਟ ਨੰਬਰ ਹੈਗਾ 6475456362 ਐਂਡ ਜੋ ਆਫਿਸ ਹੈਗਾ ਉਹ ਡੈਰੀ ਐਂਡ ਟੌਮਕਨ ਤੇ ਹੈਗਾ। ਤੁਸੀਂ ਸਾਨੂੰ ਆਫਿਸ 'ਚ ਮਿਲ ਸਕਦੇ ਹੋ। ਟਾਈਮਿੰਗਸ ਹੈਗੇ ਨੇ ਫਰਮ 10 to 6। ਥੈਂਕ ਯੂ ਸੋ ਮਚ ਸਾਡੇ ਪ੍ਰੋਗਰਾਮ 'ਚ ਆਉਣ ਲਈ। ਥੈਂਕ ਯੂ ਸੋ ਮਚ। ਸੋ ਦੋਸਤੋ, ਇਸੇ ਸਾਡਾ ਪ੍ਰੋਗਰਾਮ ਇਮੀਗ੍ਰੇਸ਼ਨ ਮੈਟਰਸ। ਹੁਣ ਇਮੀਗ੍ਰੇਸ਼ਨ ਸੰਬੰਧੀ ਕੋਈ ਵੀ ਸਲਾਹ ਚਾਹੀਦੀ ਹੈ, ਤੁਸੀਂ ਬਬਲਦੀਪ ਜੀ ਨੂੰ ਕੰਟੈਕਟ ਕਰ ਸਕਦੇ ਹੋ। ਡਿਟੇਲਸ ਤੁਹਾਨੂੰ ਪ੍ਰੋਵਾਈਡ ਕਰਵਾ ਦਿੱਤੀਆਂ ਗਈਆਂ ਨੇ। ਇਸ ਦੇ ਨਾਲ ਹੀ ਫਿਲਹਾਲ ਦਿਓ ਇਜਾਜ਼ਤ। ਦੇਖਦੇ ਰਹੋ ਹਮਦਰਦ ਟੀਵੀ। ਸਤਿ ਸ਼੍ਰੀ ਅਕਾਲ।